सत श्री अकाल जी सारिਆਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਡਰਨ ਹਿਸਟਰੀ ਦਾ ਸੈਕਿੰਡ ਪਾਰਟ ਕਰਨ ਜਾ ਰਹੇ ਹਾਂ। 1497 ਤੋਂ ਲੈ ਕੇ 1919 ਤੱਕ ਜੋ ਵੀ ਮਹੱਤਵਪੂਰਨ ਘਟਨਾਵਾਂ ਸੀ ਮਾਡਰਨ ਹਿਸਟਰੀ ਦੀਆਂ, ਅਸੀਂ ਉਹ ਸਾਰੀਆਂ ਦੀ ਸਾਰੀਆਂ ਡਿਸਕਸ ਕਰ ਚੁੱਕੇ ਹਾਂ। ਅੱਜ ਅਸੀਂ 1920 ਤੋਂ ਲੈ ਕੇ 1947 ਤੱਕ ਜੋ ਵੀ ਇੰਪੋਰਟੈਂਟ ਘਟਨਾਵਾਂ ਨੇ ਉਹ ਸਾਰੀਆਂ ਦੀ ਸਾਰੀਆਂ ਅੱਜ ਅਸੀਂ ਇਸ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤਾਂ ਫਸਟ ਹੈ ਜੀ ਨਾਮ ਮਿਲਵਰਤਨ ਅੰਦੋਲਨ। 1920 ਦੀ ਜੋ ਸਭ ਤੋਂ ਇੰਪੋਰਟੈਂਟ ਘਟਨਾ ਸੀ ਉਹ ਸੀ ਨਾਮ ਮਿਲਵਰਤਨ ਅੰਦੋਲਨ, ਜਿਸ ਨੂੰ ਅਸੀਂ ਨੌਨ ਕੋਆਪਰੇਸ਼ਨ ਮੂਵਮੈਂਟ ਵੀ ਕਿਹਾ ਜਾਂਦਾ, ਨੌਨ ਕੋਆਪਰੇਸ਼ਨ ਮੂਵਮੈਂਟ। ਇਹ ਗਾਂਧੀ ਜੀ ਦੇ ਨੇਤਰਤਵ ਵਿੱਚ ਸਭ ਤੋਂ ਵੱਡਾ ਪਹਿਲਾ ਅੰਦੋਲਨ ਸੀ, ਜਿਸ ਨੂੰ ਮਾਸ ਮੂਵਮੈਂਟ ਵੀ ਕਹਿ ਸਕਦੇ ਹਾਂ, ਜਾਣੀ ਕਿ ਸਾਰੇ ਦੇਸ਼ ਵਿੱਚ ਇਹ ਅੰਦੋਲਨ ਇੱਕੋ ਟਾਈਮ 'ਤੇ ਚਲਾਇਆ ਗਿਆ ਸੀ। ਇਹਦਾ ਫਸਟ ਜੋ ਇੰਪੋਰਟੈਂਟ ਕੁਐਸਚਨ ਇਹੀ ਆਉਂਦਾ ਕਿ ਇਸ ਅੰਦੋਲਨ ਦੀ ਡੇਟ ਕਦੋਂ ਹੈ, ਜਾਣੀ ਕਿ ਨਾਮ ਮਿਲਵਰਤਨ ਅੰਦੋਲਨ ਸ਼ੁਰੂ ਕਦੋਂ ਹੋਇਆ। ਤਾਂ ਅਸੀਂ ਕਹਿ ਸਕਦੇ 1920 ਦੇ ਵਿੱਚ ਨਾਮ ਮਿਲਵਰਤਨ ਅੰਦੋਲਨ ਸ਼ੁਰੂ ਹੋਇਆ। ਇਸ ਅੰਦੋਲਨ ਨੂੰ ਚਲਾਉਣ ਦਾ ਫੈਸਲਾ ਕਾਂਗਰਸ ਦੇ ਨਾਗਪੁਰ ਸੈਸ਼ਨ ਵਿੱਚ ਲਿਆ ਗਿਆ ਸੀ। ਕਾਂਗਰਸ ਦੇ ਨਾਗਪੁਰ ਸੈਸ਼ਨ ਵਿੱਚ ਲਿਆ ਗਿਆ ਸੀ 1920 ਦੇ ਵਿੱਚ ਕਾਂਗਰਸ ਦਾ ਨਾਗਪੁਰ ਵਿੱਚ ਸੈਸ਼ਨ ਹੋਇਆ ਸੀ। ਉਸ ਵਿੱਚ ਇਸ ਅੰਦੋਲਨ ਨੂੰ ਚਲਾਉਣ ਦਾ ਫੈਸਲਾ ਲਿਆ ਗਿਆ। ਇਸ ਅੰਦੋਲਨ ਵਿੱਚ ਆਉਣ ਵਾਲੇ ਖਰਚੇ ਲਈ ਤਿਲਕ ਸਵਰਾਜ ਫੰਡ ਸ਼ੁਰੂ ਕੀਤਾ ਗਿਆ। ਤਾਂ ਇਸ ਅੰਦੋਲਨ ਵਿੱਚ ਜੋ ਵੀ ਖਰਚਾ ਆਇਆ ਉਹ ਖਰਚੇ ਨੂੰ ਕੱਢਣ ਲਈ ਇੱਕ ਤਿਲਕ ਸਵਰਾਜ ਫੰਡ ਸ਼ੁਰੂ ਕੀਤਾ ਗਿਆ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਕੁਐਸਚਨ ਹੈ ਜੀ, ਇਸ ਅੰਦੋਲਨ ਦੇ ਅੰਤਰਗਤ ਸਕੂਲਾਂ, ਕਾਲਜਾਂ, ਵਿਦੇਸ਼ੀ ਕੱਪੜਿਆਂ, ਅਦਾਲਤਾਂ ਦਾ ਬਾਈਕਾਟ ਕੰਪਲੀਟ ਕੀਤਾ ਗਿਆ ਸੀ ਅਤੇ ਲਾਲਾ ਲਾਜਪਤ ਰਾਏ ਜੀ ਨੇ ਪੰਜਾਬ ਵਿੱਚ ਵਿਦੇਸ਼ੀ ਸਿੱਖਿਆ ਦਾ ਬਾਈਕਾਟ ਕੀਤਾ ਸੀ। ਇਸ ਅੰਦੋਲਨ ਦੇ ਅੰਤਰਗਤ ਨੌਨ ਕੋਆਪਰੇਸ਼ਨ ਮੂਵਮੈਂਟ, ਜਿਹਨੂੰ ਅਸੀਂ ਨਾਮ ਮਿਲਵਰਤਨ ਅੰਦੋਲਨ ਵੀ ਕਹਿ ਦਿੰਦੇ ਹਾਂ। ਨੈਕਸਟ ਹੈ ਜੀ ਨਾਮ ਮਿਲਵਰਤਨ ਅੰਦੋਲਨ ਹੈ ਜੋ ਕਦੋਂ ਤੋਂ ਕਦੋਂ ਤੱਕ ਚੱਲਿਆ। ਤਾਂ ਇਹ ਮੰਨਿਆ ਜਾਂਦਾ ਸੀ, ਜਦੋਂ ਨਾਮ ਮਿਲਵਰਤਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਇਹ ਮੰਨਿਆ ਜਾਂਦਾ ਸੀ ਕਿ 1920 ਦੇ ਵਿੱਚ ਹੀ ਸਾਨੂੰ ਆਜ਼ਾਦੀ ਮਿਲ ਜੇਗੀ, ਜਾਣੀ ਕਿ ਨਾਮ ਮਿਲਵਰਤਨ ਅੰਦੋਲਨ ਆਜ਼ਾਦੀ ਦੇ ਨਾਲ ਹੀ ਖਤਮ ਹੋਏਗਾ। ਪਰ ਬਾਅਦ ਵਿੱਚ ਇੱਕ ਘਟਨਾ ਹੁੰਦੀ ਹੈ ਜਿਸ ਕਰਕੇ ਗਾਂਧੀ ਜੀ ਇਹ ਅੰਦੋਲਨ ਵਾਪਸ ਲੈ ਲੈਂਦੇ ਆ, ਜਿਸ ਕਰਕੇ ਗਾਂਧੀ ਜੀ ਦਾ ਕਾਫੀ ਵਿਰੋਧ ਵੀ ਹੋਇਆ। ਦੇਸ਼ ਭਰ ਦੇ ਬਹੁਤ ਲੋਕ ਉਹਨਾਂ ਨਾਲ ਟੁੱਟ ਕੇ ਅਲੱਗ ਰਸਤੇ 'ਤੇ ਤੁਰ ਪਏ। ਤਾਂ ਇਹ ਕੀ ਘਟਨਾ ਹੋਈ ਸੀ, ਤਾਂ 1922 ਦੇ ਵਿੱਚ ਇੱਕ ਘਟਨਾ ਹੁੰਦੀ ਹੈ ਜੋ ਬਹੁਤ ਇੰਪੋਰਟੈਂਟ ਹੈ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਵੀ। ਚੋਰਾ ਚੋਰੀ ਦੀ ਘਟਨਾ। ਚੋਰਾ ਚੋਰੀ ਦੀ ਘਟਨਾ ਕੀ ਸੀ ਕਿ 5 ਫਰਵਰੀ 1922 ਦੇ ਵਿੱਚ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਗੋਰਖਪੁਰ। ਤਾਂ ਗਾਂਧੀ ਜੀ ਨੇ ਜਦੋਂ ਵੀ ਕੋਈ ਅੰਦੋਲਨ ਕੀਤਾ ਉਹਨਾਂ ਨੇ ਅਹਿੰਸਾ 'ਤੇ ਜ਼ੋਰ ਦਿੱਤਾ। ਅਹਿੰਸਾ ਜਾਣੀ ਕਿ ਉਹਦੇ 'ਚ ਕੋਈ ਵੀ ਕੁੱਟਮਾਰ ਜਾਂ ਕੋਈ ਵੀ ਖੂਨ ਖਰਾਬਾ ਨਹੀਂ ਹੋਊਗਾ। ਪਰ 1920 ਦਾ ਜਿਹੜਾ ਨਾਮ ਮਿਲਵਰਤਨ ਅੰਦੋਲਨ ਸੀ ਉਹ ਬਿਲਕੁਲ ਪੀਸਫੁਲੀ ਹੀ ਚੱਲ ਰਿਹਾ ਸੀਗਾ। ਪਰ 5 ਫਰਵਰੀ 1922 ਨੂੰ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਇੱਕ ਗੋਰਖਪੁਰ, ਉੱਥੇ ਇੱਕ ਚੋਰਾ ਚੋਰੀ ਨਾਂ ਦੀ ਜਗ੍ਹਾ, ਉੱਥੇ ਇੱਕ ਪੁਲਿਸ ਸਟੇਸ਼ਨ 'ਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਤਾਂ ਉਹਨਾਂ ਨੇ ਪੁਲਿਸ ਸਟੇਸ਼ਨ 'ਤੇ ਹਮਲਾ ਕਰਕੇ ਫਿਰ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਕੁਝ ਪੁਲਿਸ ਵਾਲੇ ਉਹਦੇ ਵਿੱਚ ਜਿੰਦਾ ਜਲ ਗਏ, ਉਹਨਾਂ ਦੀ ਮੌਤ ਹੋ ਗਈ। ਤਾਂ ਇਹ ਘਟਨਾ ਦੀ ਖਬਰ ਜਦੋਂ ਗਾਂਧੀ ਜੀ ਤੱਕ ਪਹੁੰਚਦੀ ਹੈ ਤਾਂ ਉਹ ਦੁਖੀ ਹੋ ਕੇ ਨਾਮ ਮਿਲਵਰਤਨ ਅੰਦੋਲਨ ਨੂੰ ਵਾਪਸ ਲੈ ਲੈਂਦੇ ਆ। ਤਾਂ ਪੇਪਰ ਦੇ ਵਿੱਚ ਇੰਪੋਰਟੈਂਟ ਕੁਐਸਚਨ ਕੀ ਬਣਨਗੇ ਕਿ ਨਾਮ ਮਿਲਵਰਤਨ ਅੰਦੋਲਨ ਨੂੰ ਕਿਹੜੀ ਘਟਨਾ ਤੋਂ ਬਾਅਦ ਵਾਪਸ ਲੈ ਗਿਆ? ਚੋਰਾ ਚੋਰੀ ਦੀ ਘਟਨਾ। ਚੋਰਾ ਚੋਰੀ ਦੀ ਘਟਨਾ ਦੀ ਡੇਟ ਕੀ ਸੀ? 1922। ਕਿੱਥੇ ਹੋਈ ਸੀ? ਉੱਤਰ ਪ੍ਰਦੇਸ਼ ਤੇ ਗੋਰਖਪੁਰ ਜ਼ਿਲ੍ਹੇ ਦੇ ਵਿੱਚ। ਇਸ ਤੋਂ ਬਾਅਦ ਨਾਮ ਮਿਲਵਰਤਨ ਅੰਦੋਲਨ ਗਾਂਧੀ ਜੀ ਵੱਲੋਂ ਵਾਪਸ ਲੈ ਲਿਆ ਤੇ ਬੜੇ ਲੋਕ ਗਾਂਧੀ ਜੀ ਤੋਂ ਇਸ ਕਰਕੇ ਨਾਰਾਜ਼ ਵੀ ਹੋਏ। ਕਾਂਗਰਸ ਨੇ ਵੀ ਗਾਂਧੀ ਜੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਗਾਂਧੀ ਜੀ ਨੇ ਫਿਰ ਵੀ ਇਹ ਅੰਦੋਲਨ ਵਾਪਸ ਲੈ ਲਿਆ। ਨੈਕਸਟ ਘਟਨਾ ਹੈ ਜੀ ਸਾਈਮਨ ਕਮਿਸ਼ਨ। ਤਾਂ 1927 ਦੇ ਵਿੱਚ ਇੱਕ ਸਾਈਮਨ ਕਮਿਸ਼ਨ ਆਉਂਦਾ। ਸਾਈਮਨ ਕਮਿਸ਼ਨ ਕਿਉਂ ਭੇਜਿਆ ਜਾਂਦਾ? ਸਾਈਮਨ ਕਮਿਸ਼ਨ ਭੇਜਿਆ ਜਾਂਦਾ ਤਾਂ ਕਿ ਇੰਡੀਅਨਸ ਨੂੰ ਮਨਾਇਆ ਜਾ ਸਕੇ, ਕਿਉਂਕਿ ਇੰਡੀਅਨਸ ਦਾ ਜੋ ਵਿਰੋਧ ਹੈ ਉਹ ਦਿਨ ਬ ਦਿਨ ਅੰਗਰੇਜ਼ਾਂ ਦੇ ਖਿਲਾਫ ਵੱਧਦਾ ਹੀ ਜਾ ਰਿਹਾ ਸੀ। ਤਾਂ ਉਹਨੂੰ ਮਨਾਉਣ ਵਾਸਤੇ ਇੱਕ ਸਾਈਮਨ ਕਮਿਸ਼ਨ ਭੇਜਿਆ ਜਾਂਦਾ, ਜੋ ਕਹਿੰਦੇ ਕਿ ਅਸੀਂ ਸੰਵਿਧਾਨਕ ਸੁਧਾਰ ਕਰਾਂਗੇ। ਸੰਵਿਧਾਨਕ ਸੁਧਾਰ ਕਰਕੇ ਭਾਰਤੀਆਂ ਨੂੰ ਵੱਧ ਹਿੱਸਾ ਦੇਵਾਂਗੇ ਪੋਲੀਟਿਕਸ ਦੇ ਵਿੱਚ, ਭਾਰਤੀਆਂ ਨੂੰ ਕੁਝ ਹੋਰ ਰਿਆਇਤਾਂ ਦੇਵਾਂਗੇ। ਪਰ ਜਦੋਂ ਇਹ ਭਾਰਤ ਹੁੰਦਾ ਸਾਈਮਨ ਕਮਿਸ਼ਨ ਦਾ, ਇਸ ਦਾ ਵਿਰੋਧ ਬਹੁਤ ਵੱਡੇ ਲੈਵਲ 'ਤੇ ਕੀਤਾ ਜਾਂਦਾ। ਇਸ ਦਾ ਵਿਰੋਧ ਕਿਉਂ ਕੀਤਾ ਜਾਂਦਾ? ਕਿਉਂਕਿ ਜੋ ਇਸ ਦੇ ਪ੍ਰਧਾਨ ਸੀ ਜੌਨ ਸਾਈਮਨ, ਇਸ ਦੇ ਪ੍ਰਧਾਨ ਦਾ ਨਾਮ ਜੌਨ ਸਾਈਮਨ ਸੀ, ਇਸ ਕਰਕੇ ਇਸ ਨੂੰ ਸਾਈਮਨ ਕਮਿਸ਼ਨ ਕਿਹਾ ਜਾਂਦਾ ਹੈ। ਉਹਨਾਂ ਦੇ ਨਾਲ ਜੋ ਬਾਕੀ ਮੈਂਬਰਸ ਵੀ ਸੀ ਉਹ ਸਾਰੇ ਦੇ ਸਾਰੇ ਮੈਂਬਰ ਅੰਗਰੇਜ਼ ਹੀ ਸੀ, ਉਹਨਾਂ ਵਿੱਚ ਕੋਈ ਵੀ ਭਾਰਤੀ ਨਹੀਂ ਸੀ। ਤਾਂ ਆਪਣੇ ਜੋ ਭਾਰਤ ਦੇ ਲੀਡਰਾਂ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਕਿਸੇ ਭਾਰਤੀ ਨੂੰ ਇਸ ਕਮਿਸ਼ਨ ਦੇ ਵਿੱਚ ਸ਼ਾਮਲ ਹੀ ਨਹੀਂ ਕੀਤਾ ਤਾਂ ਸਾਡੀਆਂ ਮੰਗਾਂ ਨੂੰ ਉਹ ਕਿਸ ਤਰ੍ਹਾਂ ਮੰਨਣਗੇ, ਸਾਡੀਆਂ ਮੰਗਾਂ ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚਣਗੀਆਂ। ਤਾਂ ਕਿਸੇ ਨਾ ਕਿਸੇ ਭਾਰਤੀ ਨੂੰ ਸ਼ਾਮਲ ਜ਼ਰੂਰ ਕਰੋ। ਇਸ ਕਰਕੇ ਇਸ ਕਮਿਸ਼ਨ ਦੀ ਵਿਰੋਧਤਾ ਭਾਰਤੀਆਂ ਦੁਆਰਾ ਕੀਤੀ ਜਾਂਦੀ ਹੈ। ਕਾਂਗਰਸ ਨੇ, ਜੋ ਭਾਰਤੀ ਨੈਸ਼ਨਲ ਜਾਣੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ, ਆਪਦੇ ਮਦਰਾਸ ਸੈਸ਼ਨ ਦੇ ਵਿੱਚ ਇਸ ਦੀ ਵਿਰੋਧਤਾ ਦਾ ਪ੍ਰਸਤਾਵ ਪਾਸ ਕੀਤਾ ਸੀ। ਅਤੇ ਇਹਦਾ ਸਭ ਤੋਂ ਇੰਪੋਰਟੈਂਟ ਜੋ ਹੋਰ ਇੰਸੀਡੈਂਸ ਹੋਇਆ ਇਸ ਦੇ ਵਿਰੋਧ, ਲਾਹੌਰ ਵਿੱਚ ਜਦੋਂ ਇਸ ਦਾ ਵਿਰੋਧ ਹੋ ਰਿਹਾ ਸੀ ਤਾਂ ਲਾਲਾ ਲਾਜਪਤ ਰਾਏ ਜੀ ਉਸ ਵਿਰੋਧ ਨੂੰ ਲੀਡ ਕਰ ਰਹੇ ਸੀ। ਤਾਂ ਉਹਦੇ ਵਿੱਚ ਕੀ ਹੁੰਦਾ? ਉਹਦੇ ਵਿੱਚ ਪੁਲਿਸ ਵੱਲੋਂ ਲਾਠੀ ਚਾਰਜ ਹੁੰਦਾ ਅਤੇ ਜਿਸ ਕਰਕੇ ਲਾਲਾ ਲਾਜਪਤ ਰਾਏ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਿਸ ਦਾ ਬਦਲਾ ਬਾਅਦ ਵਿੱਚ ਭਗਤ ਸਿੰਘ ਜੀ ਲੈਂਦੇ ਨੇ ਸਾਂਡਰਸ ਨੂੰ ਮਾਰ ਕੇ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਜੀ ਨਹਿਰੂ ਰਿਪੋਰਟ। ਤਾਂ ਨਹਿਰੂ ਰਿਪੋਰਟ 1928, ਜਦੋਂ
ਸਾਈਮਨ ਕਮਿਸ਼ਨ ਇੰਡੀਆ ਆਉਂਦਾ ਹੈ ਤਾਂ ਇੰਡੀਅਨਸ ਉਸ ਦਾ ਵਿਰੋਧ ਕਰਦੇ ਆ, ਤਾਂ ਇੱਕ ਤਰ੍ਹਾਂ ਦੇ ਨਾਲ ਇੰਡੀਅਨਸ ਨੂੰ ਚੈਲੰਜ ਦਿੱਤਾ ਜਾਂਦਾ, ਸਾਈਮਨ ਕਮਿਸ਼ਨ ਦੁਆਰਾ ਹੀ ਚੈਲੰਜ ਦਿੱਤਾ ਜਾਂਦਾ ਕਿ ਜੇਕਰ ਤੁਹਾਨੂੰ ਸਾਡੀ ਰਿਪੋਰਟ 'ਤੇ ਨਹੀਂ ਭਰੋਸਾ, ਜੇਕਰ ਤੁਹਾਨੂੰ ਸਾਡੇ ਕਮਿਸ਼ਨ 'ਤੇ ਨਹੀਂ ਭਰੋਸਾ ਕਿ ਅਸੀਂ ਤੁਹਾਡਾ ਕੁਝ ਬੈਟਰ ਕਰ ਸਕਦੇ ਹਾਂ, ਤੁਹਾਡੇ ਲਈ ਕੋਈ ਸੁਧਾਰ ਕਰ ਸਕਦੇ ਹਾਂ, ਤਾਂ ਤੁਸੀਂ ਆਪਦੇ ਲੈਵਲ 'ਤੇ ਹੀ ਕੋਈ ਇਹੋ ਜਿਹੀ ਰਿਪੋਰਟ ਜਾਂ ਇਹੋ ਜਿਹਾ ਸੰਵਿਧਾਨ ਜਾਂ ਕੋਈ ਇਹੋ ਜਿਹੀ ਸੰਵਿਧਾਨਿਕ ਸੋਧ ਬਣਾ ਕੇ ਸਾਨੂੰ ਕਿਉਂ ਨਹੀਂ ਦੇ ਦਿੰਦੇ ਜਿਸ 'ਤੇ ਅਮਲ ਕਰ ਸਕੀਏ। ਤਾਂ ਇਸ ਨੂੰ ਇੱਕ ਚੈਲੰਜ ਦੀ ਤਰ੍ਹਾਂ ਦਿੱਤਾ ਗਿਆ ਅਤੇ ਸਾਈਮਨ ਕਮਿਸ਼ਨ ਦੇ ਇਸ ਚੈਲੰਜ ਨੂੰ ਸਵੀਕਾਰ ਕਰਦੇ ਨੇ ਮੋਤੀ ਲਾਲ ਨਹਿਰੂ। ਤਾਂ ਉਹਨਾਂ ਵੱਲੋਂ ਇੱਕ ਨਹਿਰੂ ਰਿਪੋਰਟ ਬਣਾਈ ਜਾਂਦੀ ਹੈ 1928 ਦੇ ਵਿੱਚ। ਇਹ ਨਹਿਰੂ ਰਿਪੋਰਟ ਦੇ ਨਾਲ ਫੇਮਸ ਹੈ। ਤਾਂ ਸਾਈਮਨ ਕਮਿਸ਼ਨ ਨੇ ਆਪਣਾ ਵਿਰੋਧ ਹੋਣ 'ਤੇ ਭਾਰਤੀ ਬੁੱਧੀਜੀਵੀਆਂ ਨੂੰ ਇਹ ਚੈਲੰਜ ਕੀਤਾ ਕਿ ਉਹਨਾਂ ਦੁਆਰਾ ਕੋਈ ਸੰਵਿਧਾਨਿਕ ਸੋਧ ਖੁਦ ਹੀ ਬਣਾ ਕੇ ਪੇਸ਼ ਕੀਤੀ ਜਾਵੇ, ਜਿਸ ਦੇ ਸਿੱਟੇ ਵਜੋਂ ਮੋਤੀ ਲਾਲ ਨਹਿਰੂ, ਤਾਂ ਇਹ ਜਵਾਹਰ ਲਾਲ ਨਹਿਰੂ ਨਹੀਂ ਜੀ, ਇਹ ਮੋਤੀ ਲਾਲ ਨਹਿਰੂ ਆ। ਐਗਜ਼ਾਮਸ ਦੇ ਵਿੱਚ ਕੁਐਸਚਨ ਆਉਂਦਾ ਕਿ ਨਹਿਰੂ ਰਿਪੋਰਟ ਕਿਸ ਦੁਆਰਾ ਪੇਸ਼ ਕੀਤੀ ਗਈ, ਅਤੇ ਮੈਕਸੀਮਮ ਸਟੂਡੈਂਟਸ ਗਲਤੀ ਨਾਲ ਜਵਾਹਰ ਲਾਲ ਨਹਿਰੂ ਲਗਾ ਕੇ ਆਉਂਦੇ ਨੇ, ਜਦੋਂ ਕਿ ਇਹ ਮੋਤੀ ਲਾਲ ਨਹਿਰੂ ਜੀ ਨੇ ਤਾਂ ਆਪਦੀ ਸੰਵਿਧਾਨਿਕ ਸੋਧ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਨਹਿਰੂ ਰਿਪੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਰਿਪੋਰਟ ਵਿੱਚ ਪੂਰਨ ਆਜ਼ਾਦੀ ਦੀ ਜਗ੍ਹਾ ਡੋਮੇਨੀਅਨ ਸਟੇਟਸ ਦੀ ਮੰਗ ਕੀਤੀ ਗਈ ਸੀ। ਹੁਣ ਡੋਮੇਨੀਅਨ ਸਟੇਟਸ ਅਤੇ ਪੂਰਨ ਆਜ਼ਾਦੀ ਦੇ ਵਿੱਚ ਕੀ ਫ਼ਰਕ ਹੁੰਦਾ? ਪੂਰਨ ਆਜ਼ਾਦੀ ਜਿਸ ਤਰ੍ਹਾਂ ਆਪਣੇ ਦੇਸ਼ ਵਿੱਚ ਹੁਣ ਹੈ, ਸਾਡਾ ਹੀ ਪ੍ਰਧਾਨ ਮੰਤਰੀ ਹੈ, ਸਾਡੇ ਹੀ ਰਾਸ਼ਟਰਪਤੀ ਬਣਦੇ ਨੇ, ਅਸੀਂ ਹੋਰ ਕਿਸੇ ਦੇਸ਼ ਦੇ ਕਿਸੇ ਵੀ ਤਰ੍ਹਾਂ ਅੰਡਰ ਨੇ। ਪਰ ਡੋਮੇਨੀਅਨ ਸਟੇਟਸ ਦੇ ਵਿੱਚ ਕੀ ਹੁੰਦਾ ਹੈ ਕਿ ਇੰਡੀਆ ਦੇ ਵਿੱਚ ਸਰਕਾਰ ਇੰਡੀਅਨਸ ਦੀ ਹੋਊਗੀ, ਪਰ ਉਹ ਰਿਪੋਰਟ ਕਿਹਨੂੰ ਕਰਨਗੇ ਜਾਂ ਕਿਸ ਦੇ ਅੰਦਰ ਹੋਣਗੇ? ਬਰਤਾਨੀਆ ਦੇ ਕਰਾਊਨ ਜਾਂ ਕਿ ਉੱਥੋਂ ਦੀ ਮਹਾਰਾਣੀ ਦੇ ਉਹ ਅੰਦਰ ਹੋਣਗੇ। ਤਾਂ ਇਸ ਵਿੱਚ ਪੂਰਨ ਆਜ਼ਾਦੀ ਨਹੀਂ, ਡੋਮੇਨੀਅਨ ਸਟੇਟਸ ਦੀ ਮੰਗ ਕੀਤੀ ਗਈ ਸੀ। ਪਹਿਲਾਂ ਆਪਣੇ ਜੋ ਆਜ਼ਾਦੀ ਘੁਲਾਟੀ ਹੈ ਜਾਂ ਕਾਂਗਰਸ ਵੱਲੋਂ ਡੋਮੇਨੀਅਨ ਸਟੇਟਸ ਦੀ ਹੀ ਮੰਗ ਕੀਤੀ ਜਾਂਦੀ ਰਹੀ ਹੈ, ਪਰ ਬਾਅਦ ਦੇ ਵਿੱਚ ਇਸ ਨੂੰ ਚੇਂਜ ਕਰਕੇ ਆਪਾਂ ਪੂਰਨ ਆਜ਼ਾਦੀ ਦੀ ਮੰਗ ਕੀਤੀ ਅਤੇ ਜੋ ਪ੍ਰਾਪਤ ਵੀ ਕੀਤੀ। ਇਸ ਨੂੰ ਅਸੀਂ ਅਧੂਰੀ ਆਜ਼ਾਦੀ ਵੀ ਕਹਿ ਦਿੰਦੇ ਹਾਂ, ਡੋਮੇਨੀਅਨ ਸਟੇਟਸ ਨੂੰ। ਮੁਸਲਿਮ ਲੀਗ ਦੇ ਜਿਹੜੇ ਲੀਡਰ ਸੀ ਮੁਹੰਮਦ ਅਲੀ ਜਿਨਾ, ਉਹਨਾਂ ਨੇ ਇਸ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੇ ਬਦਲੇ ਵਿੱਚ ਆਪਦੇ 14 ਨੁਕਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਜਿਨਾਜ਼ 14 ਪੁਆਇੰਟ ਵੀ ਕਿਹਾ ਜਾਂਦਾ। ਤਾਂ ਪੇਪਰ ਦੇ ਵਿੱਚ ਇਹ ਵੀ ਕੁਐਸਚਨ ਹੁੰਦਾ ਕਿ ਨਹਿਰੂ ਰਿਪੋਰਟ ਦੇ ਅਗੇਂਸਟ ਜਿਨ੍ਹਾਂ ਨੇ ਆਪਦੇ ਜੋ ਨੁਕਤੇ ਪੇਸ਼ ਕੀਤੇ ਜਾਂ ਆਪਦੀ ਰਿਪੋਰਟ ਪੇਸ਼ ਕੀਤੀ, ਉਸ ਨੂੰ ਕੀ ਕਿਹਾ ਜਾਂਦਾ? ਉਸ ਨੂੰ ਜਿਨ੍ਹਾਂ ਦੇ 14 ਨੁਕਤੇ ਜਾਂ ਜਿਨਾਸ 14 ਪੁਆਇੰਟਸ ਵੀ ਕਿਹਾ ਜਾਂਦਾ। ਤਾਂ ਇਸ ਦੀ ਡੇਟ ਜ਼ਰੂਰ ਯਾਦ ਰੱਖਣੀ ਹੈ 1928। ਯਾਦ ਕਿਵੇਂ ਰਹੂਗਾ ਕਿ 1927 ਦੇ ਵਿੱਚ ਸਾਈਮਨ ਕਮਿਸ਼ਨ ਆਇਆ ਸੀ ਅਤੇ ਉਸ ਦੇ ਜਸਟ ਬਾਅਦ ਯਾਨੀ ਕਿ ਨੈਕਸਟ ਈਅਰ ਹੀ 1928 ਨੂੰ ਜੋ ਨਹਿਰੂ ਰਿਪੋਰਟ ਪੇਸ਼ ਕੀਤੀ ਜਾਂਦੀ ਹੈ। ਨੈਕਸਟ ਇੰਪੋਰਟੈਂਟ ਈਅਰ ਹੈ ਜੀ 1930। ਤਾਂ 1930 ਦੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ, ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ ਸ਼ੁਰੂਆਤ ਕੀਤੀ ਗਈ। ਤਾਂ ਇਹ ਅੰਦੋਲਨ ਕਿਉਂ ਫੇਮਸ ਹੈ? ਗਾਂਧੀ ਜੀ ਨੇ ਇਸ ਅੰਦੋਲਨ ਤੋਂ ਪਹਿਲਾਂ ਜੋ ਉਦੋਂ ਦੇ ਵਾਇਸਰਾਏ ਸੀ ਲਾਰਡ ਇਰਵਿਨ, ਉਹਨਾਂ ਨੂੰ 11 ਪੁਆਇੰਟਸ ਦਿੱਤੇ ਸੀ। 11 ਪੁਆਇੰਟਸ ਦਾ ਅਲਟੀਮੇਟਮ ਦਿੱਤਾ ਸੀ ਕਿ ਜੇ ਤੁਸੀਂ ਇਹ ਪੁਆਇੰਟਸ ਨੂੰ ਮੰਨ ਲੈਂਦੇ ਹੋ ਤਾਂ ਸਾਡੇ ਵੱਲੋਂ ਕੋਈ ਵੀ ਅੰਦੋਲਨ ਨਹੀਂ ਕੀਤਾ ਜਾਊਗਾ। ਤਾਂ ਗਾਂਧੀ ਜੀ ਦਾ ਇਹ ਦੂਜਾ ਮਾਸ ਲੈਵਲ ਦਾ ਜਾਂ ਇੰਡੀਆ ਲੈਵਲ ਦਾ ਅੰਦੋਲਨ ਕਹਿ ਸਕਦੇ ਹਾਂ। ਪਹਿਲਾ ਅੰਦੋਲਨ ਤਾਂ 1920 ਤੋਂ 1922 ਤੱਕ ਚੱਲਿਆ, ਜਿਹਨੂੰ ਅਸੀਂ ਪੜ੍ਹ ਲਿਆ, ਯਾਨੀ ਕਿ ਨਾ ਮਿਲਵਰਤਨ ਅੰਦੋਲਨ। ਇਹ ਦੂਸਰਾ ਅੰਦੋਲਨ ਸੀਗਾ ਜੋ ਮਾਸ ਲੈਵਲ ਦਾ ਅੰਦੋਲਨ ਸੀ 1930 ਦੇ ਵਿੱਚ। ਤਾਂ 11 ਪੁਆਇੰਟਸ ਦਾ ਅਲਟੀਮੇਟਮ ਦਿੱਤਾ ਜਾਂਦਾ। ਜਦੋਂ ਇਹ ਅਲਟੀਮੇਟਮ ਨਹੀਂ ਮੰਨਿਆ ਜਾਂਦਾ ਲਾਰਡ ਇਰਵਿਨ ਵੱਲੋਂ, ਤਾਂ ਇੱਕ ਡਾਂਡੀ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਅਤੇ ਡਾਂਡੀ ਯਾਤਰਾ ਦੇ ਨਾਲ ਹੀ ਸਿਵਲ ਨਾਫਰਮਾਨੀ ਅੰਦੋਲਨ ਦਾ ਆਗਾਜ਼ ਹੁੰਦਾ। ਤਾਂ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਬਹੁਤ ਵਾਰੀ ਆਉਂਦਾ ਕਿ ਡਾਂਡੀ ਯਾਤਰਾ ਦੇ ਨਾਲ ਕਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਤਾਂ ਆਪਸ਼ਨ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਨਾ ਮਿਲਵਰਤਨ ਅੰਦੋਲਨ, ਭਾਰਤ ਛੱਡੋ ਅੰਦੋਲਨ ਅਤੇ ਸਿਵਲ ਨਾਫਰਮਾਨੀ ਅੰਦੋਲਨ ਹੋਣਗੀਆਂ। ਤਾਂ ਰਾਈਟ ਆਪਸ਼ਨ ਉਹਦੀ ਆਪਣੀ ਕੀ ਆਊਗੀ? ਸਿਵਲ ਨਾਫਰਮਾਨੀ ਅੰਦੋਲਨ, ਜਿਹੜਾ ਕਿ ਡਾਂਡੀ ਯਾਤਰਾ ਦੇ ਨਾਲ ਸ਼ੁਰੂ ਕੀਤਾ ਗਿਆ ਸੀਗਾ। ਤਾਂ 12 ਮਾਰਚ 1930 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਤੀਸਰਾ ਲਾਰਡ ਇਰਵਿਨ ਦੇ ਸਮੇਂ ਸ਼ੁਰੂ ਕੀਤਾ ਗਿਆ ਸੀ, ਕਿਉਂਕਿ ਇਹਨਾਂ ਨੂੰ ਗਾਂਧੀ ਜੀ ਨੇ ਅਲਟੀਮੇਟਮ ਦਿੱਤਾ ਸੀ ਇਸ ਅੰਦੋਲਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ। ਤਾਂ ਨੈਕਸਟ ਇੰਪੋਰਟੈਂਟ ਈਅਰ ਹੈ ਜੀ 1930। 1930 ਕਿਉਂ ਇੰਪੋਰਟੈਂਟ ਹੈ? ਕਿਉਂਕਿ 1930 ਦੇ ਵਿੱਚ ਇੱਕ ਤਾਂ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਸਿਵਲ ਨਾਫਰਮਾਨੀ ਅੰਦੋਲਨ। ਨੈਕਸਟ ਕੀ ਹੈ ਜੀ 1930 ਦੇ ਵਿੱਚ ਹੋਈ ਫਸਟ ਰਾਊਂਡ ਟੇਬਲ ਕਾਨਫਰੰਸ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪਹਿਲੀ ਗੋਲ ਮੇਜ਼ ਕਾਨਫਰੰਸ। ਰਾਊਂਡ ਟੇਬਲ ਕਾਨਫਰੰਸ ਜਾਂ ਗੋਲ ਮੇਜ਼ ਕਾਨਫਰੰਸ, ਇਹ ਟੋਟਲ 3 ਹੋਈਆਂ ਸੀ। ਤਾਂ ਜੋ ਫਸਟ ਹੋਈ ਸੀ ਉਹ 1930 ਦੇ ਵਿੱਚ ਹੋਈ ਸੀ। ਤਾਂ ਅੰਗਰੇਜ਼ਾਂ ਵੱਲੋਂ ਸਾਈਮਨ ਕਮਿਸ਼ਨ ਦੀ ਰਿਪੋਰਟ ਨੂੰ ਵਿਚਾਰਨ ਲਈ ਲੰਡਨ ਵਿੱਚ ਕੀਤੀ ਗਈ ਪਹਿਲੀ ਗੋਲ ਮੇਜ਼ ਕਾਨਫਰੰਸ, ਜਿਸ ਵਿੱਚ ਕਾਂਗਰਸ ਨੂੰ ਬੁਲਾਇਆ ਗਿਆ ਸੀ, ਪਰ ਕਾਂਗਰਸ ਨੇ ਇਸ ਦਾ ਬਾਈਕਾਟ ਕੀਤਾ। ਕਾਂਗਰਸ ਵੱਲੋਂ ਕੋਈ ਵੀ ਸ਼ਾਮਿਲ ਨਹੀਂ ਹੋਇਆ ਇਹਦੇ ਵਿੱਚ। ਕਾਂਗਰਸ ਵੱਲੋਂ ਵੀ ਕੋਈ ਸ਼ਾਮਿਲ ਨਹੀਂ ਹੋਇਆ। ਗਾਂਧੀ ਜੀ ਨੂੰ ਵੀ ਇਨਵਾਈਟ ਦਿੱਤਾ, ਪਰ ਗਾਂਧੀ ਜੀ ਵੀ ਸ਼ਾਮਿਲ ਨਹੀਂ ਹੋਏ। ਸ਼ਾਮਿਲ ਕੌਣ ਹੋਇਆ ਜੀ? ਇੱਕ ਤਾਂ ਮੁਸਲਿਮ ਲੀਗ ਦੇ ਮੈਂਬਰਸ ਸ਼ਾਮਿਲ ਹੋਏ, ਇਸ ਵਿੱਚ ਭਾਗ ਲਿਆ, ਅਤੇ ਹਿੰਦੂ ਮਹਾਸਭਾ ਦੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਨੇ ਇਸ ਵਿੱਚ ਭਾਗ ਲਿਆ। ਇੱਕ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਕਿਹੜੇ ਇਹੋ ਜਿਹੇ ਭਾਰਤੀ ਨੇਤਾ ਸੀ ਜਿਨ੍ਹਾਂ ਨੇ ਤਿੰਨੋਂ ਰਾਊਂਡ ਟੇਬਲ ਕਾਨਫਰੰਸ ਨੂੰ ਅਟੈਂਡ ਕੀਤਾ? ਤਾਂ ਭੀਮ ਰਾਓ ਅੰਬੇਦਕਰ ਜੋ ਸੀਗੇ, ਇਹ ਸੀਗੇ ਜਿਨ੍ਹਾਂ ਨੇ ਤਿੰਨੋਂ ਰਾਊਂਡ ਟੇਬਲ ਕਾਨਫਰੰਸ ਨੂੰ ਅਟੈਂਡ ਕੀਤਾ। ਤਾਂ ਇਹਦੇ ਵਿੱਚ ਕੀ ਇੰਪੋਰਟੈਂਟ ਹੈ? ਫਸਟ ਦੀ ਈਅਰ ਇੰਪੋਰਟੈਂਟ ਹੈ ਰਾਊਂਡ ਟੇਬਲ ਕਾਨਫਰੰਸ ਦਾ। ਸੈਕਿੰਡ, ਕਿਸ ਚੀਜ਼ ਨੂੰ ਵਿਚਾਰਨ ਵਾਸਤੇ ਬੁਲਾਈ ਗਈ ਸੀ? ਸਾਈਮਨ ਕਮਿਸ਼ਨ ਨੂੰ ਵਿਚਾਰਨ ਵਾਸਤੇ। ਕਾਂਗਰਸ ਨੇ ਭਾਗ ਲਿਆ ਸੀ? ਕਾਂਗਰਸ ਨੇ ਭਾਗ ਨਹੀਂ ਲਿਆ ਸੀ। ਅਤੇ ਕਿਹਨਾਂ ਨੇ ਤਿੰਨਾਂ ਵਿੱਚ ਭਾਗ ਲਿਆ? ਡਾਕਟਰ ਭੀਮ ਰਾਓ ਅੰਬੇਦਕਰ ਨੇ।
ਨੈਕਸਟ ਹੈ ਜੀ ਗਾਂਧੀ ਇਰਵਿਨ ਸਮਝੌਤਾ। ਨੈਕਸਟ ਈਅਰ ਇੰਪੋਰਟੈਂਟ ਹੈ ਜੀ 1931। ਤਾਂ 1931 ਵਿੱਚ ਗਾਂਧੀ ਜੀ ਅਤੇ ਲਾਰਡ ਇਰਵਿਨ ਵਿੱਚ ਇੱਕ ਸਮਝੌਤਾ ਹੁੰਦਾ ਜਿਹਨੂੰ ਗਾਂਧੀ ਇਰਵਿਨ ਪੈਕਟ ਵੀ ਕਿਹਾ ਜਾਂਦਾ। ਤੁਹਾਨੂੰ ਯਾਦ ਹੋਊਗਾ ਕਿ 1930 ਵਿੱਚ ਅੰਦੋਲਨ ਕਰਨ ਤੋਂ ਪਹਿਲਾਂ ਵੀ, ਸਿਵਲ ਨਾਫਰਮਾਨੀ ਅੰਦੋਲਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਗਾਂਧੀ ਇਰਵਿਨ ਨੂੰ ਲਾਰਡ ਇਰਵਿਨ ਨੂੰ 11 ਨੁਕਤਿਆਂ ਦਾ ਇੱਕ ਅਲਟੀਮੇਟਮ ਦਿੰਦੇ ਆ। ਜੇ ਨਹੀਂ ਮੰਨਦੇ ਫਿਰ ਉਹ ਕੀ ਹੁੰਦਾ, ਫਿਰ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਹੁੰਦਾ। ਫਿਰ ਉਸ ਦੇ ਵਿਚਕਾਰ ਹੀ ਰਾਊਂਡ ਟੇਬਲ ਕਾਨਫਰੰਸ ਬੁਲਾਈ ਜਾਂਦੀ ਹੈ, ਉਹ ਕਿਸੇ ਵੱਲੋਂ ਵੀ ਅਟੈਂਡ ਨਹੀਂ ਕੀਤੀ ਜਾਂਦੀ। ਉਸ ਤੋਂ ਬਾਅਦ ਗਾਂਧੀ ਜੀ ਅਤੇ ਇਰਵਿਨ ਦੇ ਵਿੱਚ ਇੱਕ ਸਮਝੌਤਾ ਹੁੰਦਾ ਜਿਹਦੇ ਵਿੱਚ ਕਿਹੜੀਆਂ ਚੀਜ਼ਾਂ ਬਾਰੇ ਡਿਸਕਸ ਹੁੰਦਾ ਉਹ ਅਸੀਂ ਪੜ੍ਹਦੇ ਹਾਂ। ਜਦ ਗਾਂਧੀ ਜੀ ਵੱਲੋਂ ਕਾਂਗਰਸ ਵੱਲੋਂ ਪਹਿਲੀ ਗੋਲਮੇਜ਼ ਕਾਨਫਰੰਸ ਵਿੱਚ ਭਾਗ ਨਹੀਂ ਲਿਆ ਗਿਆ ਤਾਂ ਸਰਕਾਰ ਨੇ ਗਾਂਧੀ ਜੀ ਨਾਲ ਰਿਸ਼ਤੇ ਸੁਧਾਰਨ ਲਈ ਕੋਸ਼ਿਸ਼ ਕੀਤੀ ਅਤੇ ਜਿਸ ਕਰਕੇ ਇਹ ਸਮਝੌਤਾ ਹੁੰਦਾ ਮਹਾਤਮਾ ਗਾਂਧੀ ਜੀ ਵਿਚਕਾਰ ਅਤੇ ਸਰਕਾਰ ਜਾਣੀ ਕਿ ਲਾਰਡ ਇਰਵਿਨ ਦੇ ਵਿਚਕਾਰ। ਇਸ ਸਮਝੌਤੇ ਅਨੁਸਾਰ ਗਾਂਧੀ ਜੀ ਨੇ ਮੁੱਖ ਸ਼ਰਤਾਂ ਜਿਵੇਂ ਕਿ ਅੰਦੋਲਨਕਾਰੀਆਂ ਨੂੰ ਰਿਹਾ ਕਰਨਾ ਜਿਨ੍ਹਾਂ ਵਿੱਚੋਂ ਕੋਈ ਵੀ ਹਿੰਸਾ ਨਾ ਕੀਤੀ ਗਈ ਹੋਵੇ। ਹੁਣ ਇਹਦੇ ਬਾਰੇ ਕਾਫੀ ਆਲੋਚਨਾ ਕੀਤੀ ਜਾਂਦੀ ਹੈ। ਇਹਦੇ ਬਾਰੇ ਕੀ ਆਲੋਚਨਾ ਕੀਤੀ ਜਾਂਦੀ ਹੈ ਕਿ ਭਗਤ ਸਿੰਘ ਨੂੰ ਫਾਂਸੀ ਦੇਣ ਤੋਂ ਗਾਂਧੀ ਜੀ ਰੋਕ ਸਕਦੇ ਸੀ ਇਸ ਪੈਕਟ ਦੇ ਅਕੋਰਡਿੰਗ, ਪਰ ਅਸਲੀਅਤ ਇਹ ਹੈ ਕਿ ਇਸ ਪੈਕਟ ਦੇ ਵਿੱਚ ਸਿਰਫ ਪੋਲੀਟੀਕਲ ਪ੍ਰਿਜ਼ਨਰਸ ਜਾਣੀ ਕਿ ਜਿਹੜੇ ਅੰਦੋਲਨਕਾਰੀਆਂ ਨੇ ਕੋਈ ਹਿੰਸਾ ਨਹੀਂ ਕੀਤੀ, ਸਿਰਫ ਉਹਨਾਂ ਨੂੰ ਛੁਡਾਉਣ ਦਾ ਹੀ ਸ਼ਰਤ ਮੰਨੀ ਗਈ ਸੀ। ਜਦੋਂ ਕਿ ਜੋ ਭਗਤ ਸਿੰਘ ਸੀ ਉਹਨਾਂ 'ਤੇ ਹੱਤਿਆ ਦਾ ਇਲਜ਼ਾਮ ਸੀਗਾ, ਜੋ ਉਹਨਾਂ ਨੇ ਲਾਲਾ ਲਾਜਪਤ ਰਾਏ ਜੀ ਦੀ ਬਦਲਾ ਲੈਣਾ ਸੀ ਤਾਂ ਉਹਨਾਂ ਨੇ ਸਕਾਟ ਨੂੰ ਮਾਰਨਾ ਸੀ ਜਿਹਦੇ ਵਿੱਚ ਸਾਂਡਰਸ ਦੀ ਮੌਤ ਹੋ ਗਈ ਸੀ। ਤਾਂ ਉਹਨਾਂ 'ਤੇ ਉਹ ਕੇਸ ਵੀ ਚੱਲ ਰਿਹਾ ਸੀ, ਇਸ ਕਰਕੇ ਉਹਨਾਂ ਨੂੰ ਇਸ ਪੈਕਟ ਦੇ ਅਕੋਰਡਿੰਗ ਰਿਹਾ ਨਹੀਂ ਕੀਤਾ ਜਾ ਸਕਿਆ। ਜਿਹੜੇ ਪੋਲੀਟੀਕਲ ਪ੍ਰਿਜ਼ਨਰ ਸੀ ਜਿਨ੍ਹਾਂ ਨੇ ਸਿਰਫ ਅੰਦੋਲਨ ਕੀਤਾ ਸੀ, ਕੋਈ ਹਿੰਸਾ ਨਹੀਂ ਕੀਤੀ ਸੀ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਇਸ ਐਕਟ ਦੇ ਅਕੋਰਡਿੰਗ। ਐਂਡ ਨੈਕਸਟ ਨਮਕ ਬਣਾਉਣ ਦਾ ਅਧਿਕਾਰ ਦੇ ਦਿੱਤਾ ਗਿਆ। ਤਾਂ ਜੋ ਡਾਂਡੀ ਯਾਤਰਾ ਕੀਤੀ ਸੀ ਉਹਦੇ 'ਚ ਇੱਕ ਹੋਰ ਇੰਪੋਰਟੈਂਟ ਕੁਐਸਚਨ ਇਹ ਹੈ ਕਿ ਡਾਂਡੀ ਯਾਤਰਾ ਤੋਂ ਬਾਅਦ ਗਾਂਧੀ ਜੀ ਨੇ ਉੱਥੇ ਪਹੁੰਚ ਕੇ ਸਮੁੰਦਰ ਦੇ ਕਿਨਾਰੇ 'ਤੇ ਪਹੁੰਚ ਕੇ ਅੰਗਰੇਜ਼ਾਂ ਦਾ ਨਮਕ ਬਣਾਉਣ ਦਾ ਕਾਨੂੰਨ ਤੋੜਿਆ ਸੀ। ਨਮਕ ਬਣਾਉਣ ਦਾ ਕਾਨੂੰਨ ਕੀ ਸੀ ਕਿ ਆਮ ਲੋਕਾਂ ਤੋਂ ਨਮਕ ਬਣਾਉਣ ਦਾ ਅਧਿਕਾਰ ਖੋਹ ਲਿਆ ਗਿਆ ਸੀ। ਸਿਰਫ ਅੰਗਰੇਜ਼ ਸਰਕਾਰ ਦੀ ਪਰਮਿਸ਼ਨ ਨਾਲ ਹੀ ਨਮਕ ਬਣਾਇਆ ਜਾ ਸਕਦਾ ਸੀ। ਤਾਂ ਉਹ ਹੱਕ ਇੱਥੇ ਦੁਬਾਰਾ ਮਿਲਦਾ, ਨਮਕ ਬਣਾਉਣ ਦਾ ਕਾਨੂੰਨ ਹੱਕ ਇੱਥੇ ਦੁਬਾਰਾ ਮਿਲਦਾ। ਇਸ ਦੇ ਬਦਲੇ ਵਿੱਚ ਕਾਂਗਰਸ ਨੇ ਸਿਵਲ ਨਾਫਰਮਾਨੀ ਅੰਦੋਲਨ ਬੰਦ ਕਰਕੇ ਦੂਜੀ ਗੋਲਮੇਜ਼ ਕਾਨਫਰੰਸ ਦੇ ਵਿੱਚ ਭਾਗ ਲੈਣ ਦੀ ਜਿਹੜੀ ਸ਼ਰਤ ਮੰਨ ਲਈ। ਤਾਂ ਗਾਂਧੀ ਜੀ ਨੇ ਕਿਹੜੀ ਸ਼ਰਤਾਂ ਬਣਾਈਆਂ? ਇੱਕ ਤਾਂ ਅੰਦੋਲਨਕਾਰੀਆਂ ਨੂੰ ਛੱਡ ਦਿਓ ਜਿਨ੍ਹਾਂ ਨੇ ਹਿੰਸਾ ਨਹੀਂ ਕੀਤੀ। ਸੈਕਿੰਡ, ਨਮਕ ਬਣਾਉਣ ਦੀ ਸਾਨੂੰ ਆਜ਼ਾਦੀ ਦੇ ਦਿਓ। ਤਾਂ ਉਹਦੇ ਬਦਲੇ ਵਿੱਚ ਅੰਗਰੇਜ਼ਾਂ ਨੇ ਕੀ ਕਿਹਾ ਕਿ ਠੀਕ ਹੈ ਤੁਹਾਨੂੰ ਦੋਨੇ ਚੀਜ਼ਾਂ ਦਿੰਦੇ ਹਾਂ, ਤਾਂ ਬਦਲੇ ਵਿੱਚ ਤੁਸੀਂ ਕੀ ਕਰੋਗੇ? ਇੱਕ ਤਾਂ ਆਪਣਾ ਸਿਵਲ ਨਾਫਰਮਾਨੀ ਅੰਦੋਲਨ ਬੰਦ ਕਰੋਗੇ ਅਤੇ ਸੈਕਿੰਡ ਦੂਸਰੀ ਗੋਲਮੇਜ਼ ਕਾਨਫਰੰਸ ਦੇ ਵਿੱਚ ਭਾਗ ਲਓਗੇ। ਸਾਡੇ ਨਾਲ ਘੱਟੋ ਘੱਟ ਡਿਸਕਸ ਕਰੋ ਕਿ ਕਿਹੜੀਆਂ ਮੰਗਾਂ ਤੁਹਾਨੂੰ ਚਾਹੀਦੀਆਂ ਨੇ ਜਿਹੜੀ ਤੁਸੀਂ ਮਨਵਾਉਣਾ ਚਾਹੁੰਦੇ ਹੋ। ਤਾਂ ਨੈਕਸਟ ਹੈ ਜੀ 1931 ਦੇ ਵਿੱਚ ਹੀ ਫਿਰ ਦੂਜੀ ਗੋਲਮੇਜ਼ ਕਾਨਫਰੰਸ ਹੁੰਦੀ ਹੈ। ਯਾਦ ਰੱਖਿਓ ਜਿਹੜੀ ਫਸਟ ਹੋਈ ਸੀ ਉਹ 1930 ਦੇ ਵਿੱਚ ਹੋਈ ਸੀ ਅਤੇ ਜਿਹੜੀ ਥਰਡ ਹੋਊਗੀ ਉਹ 1932 ਦੇ ਵਿੱਚ ਹੋਊਗੀ। ਤਾਂ ਪਹਿਲੀ ਗੋਲਮੇਜ਼ ਕਾਨਫਰੰਸ ਹੈ, ਇਹ ਦੂਜੀ ਹੈ ਜੀ, ਇਹ ਤੀਜੀ ਹੈ। ਤਾਂ 3 ਗੋਲਮੇਜ਼ ਕਾਨਫਰੰਸ ਹੋਈਆਂ। ਤਾਂ ਦੂਜੀ ਇਕਲੌਤੀ ਇਹੋ ਜਿਹੀ ਗੋਲਮੇਜ਼ ਕਾਨਫਰੰਸ ਸੀ ਜਿਹਦੇ ਵਿੱਚ ਗਾਂਧੀ ਜੀ ਨੇ ਭਾਗ ਲਿਆ ਕਿਉਂਕਿ ਲਾਰਡ ਇਰਵਿਨ ਨਾਲ ਉਹ ਸਮਝੌਤਾ ਕਰ ਚੁੱਕੇ ਸੀ। ਕਿੱਥੇ ਹੋਈ? ਇੰਗਲੈਂਡ। ਤਾਂ ਇਹਦੇ ਬਾਰੇ ਇੰਪੋਰਟੈਂਟ ਕੀ ਹੁੰਦਾ ਕਿ ਕਿਹੜੀ ਗੋਲਮੇਜ਼ ਕਾਨਫਰੰਸ ਵਿੱਚ ਗਾਂਧੀ ਜੀ ਨੇ ਭਾਗ ਲਿਆ? ਸਿਰਫ ਦੂਜੀ ਵਿੱਚ। ਇਹ ਗੋਲਮੇਜ਼ ਕਾਨਫਰੰਸ ਹੋਈ ਕਿੱਥੇ ਸੀ? ਇਹ ਹੋਈ ਸੀ ਇੰਗਲੈਂਡ ਦੇ ਵਿੱਚ। ਗਾਂਧੀ ਜੀ ਦਾ ਜੋ ਇਰਵਿਨ ਨਾਲ ਸਮਝੌਤਾ ਹੋਇਆ ਸੀ ਉਹਦੇ ਵਿੱਚ ਮੁੱਖ ਮੰਗਾਂ ਤਾਂ ਮੰਨ ਲਈਆਂ ਗਈਆਂ ਸੀ, ਪਰ ਜੋ ਹੋਰ ਉਹ ਮੰਗਾਂ ਚਾਹੁੰਦੇ ਸੀ, ਜੋ ਡਿਸਕਸ ਕਰਨ ਲਈ ਗੋਲਮੇਜ਼ ਕਾਨਫਰੰਸ ਵਿੱਚ ਗਏ ਸੀ, ਉਹਨਾਂ ਵਿੱਚ ਕੋਈ ਮੰਗ ਨਹੀਂ ਮੰਨੀ ਗਈ। ਤਾਂ ਫਿਰ ਗਾਂਧੀ ਜੀ ਨਿਰਾਸ਼ ਹੋ ਕੇ ਵਾਪਸ ਆ ਜਾਂਦੇ ਆ ਅਤੇ ਵਾਪਸ ਪਰਤਦੇ ਹੀ ਦੁਬਾਰਾ ਤੋਂ 1932 ਦੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਕਰ ਦਿੰਦੇ ਆ ਜੋ ਕਿ ਦੁਬਾਰਾ 34 ਤੱਕ ਚੱਲਦਾ। ਤਾਂ ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਕੀ ਆ ਗਏ? ਇੱਕ ਤਾਂ ਡੇਟ ਇੰਪੋਰਟੈਂਟ ਕੁਐਸਚਨ ਆ ਗਿਆ। ਇੱਕ ਦੂਜੀ ਇੱਕ ਕਾਨਫਰੰਸ ਆ ਜੋ ਗਾਂਧੀ ਜੀ ਨੇ ਅਟੈਂਡ ਕੀਤੀ, ਕਿੱਥੇ ਅਟੈਂਡ ਕੀਤੀ? ਇੰਗਲੈਂਡ। ਪਲੇਸ ਇੰਪੋਰਟੈਂਟ ਹੈ। ਅਤੇ ਇਹਦੇ ਆਉਣ ਤੋਂ ਬਾਅਦ ਜਦੋਂ ਉਹਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਤਾਂ ਦੁਬਾਰਾ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਕੀਤਾ ਗਿਆ ਜੋ ਕਿ 34 ਤੱਕ ਚੱਲਿਆ। ਨੈਕਸਟ ਇੰਪੋਰਟੈਂਟ ਹੈ ਜੀ ਤੀਜੀ ਗੋਲਮੇਜ਼ ਕਾਨਫਰੰਸ। ਤਾਂ ਫਸਟ 1930 ਦੇ ਵਿੱਚ ਹੋਈ, ਦੂਜੀ 1931 ਦੇ ਵਿੱਚ ਹੋਈ ਅਤੇ ਤੀਜੀ 1932। ਤਾਂ 1932 ਦੇ ਵਿੱਚ ਤੀਜੀ ਗੋਲਮੇਜ਼ ਕਾਨਫਰੰਸ ਹੁੰਦੀ ਹੈ। ਤਾਂ ਇਹ ਕਾਨਫਰੰਸ ਕਿੱਥੇ ਹੋਈ? ਲੰਡਨ ਵਿੱਚ ਹੋਈ। ਇਸ ਵਿੱਚ ਕਾਂਗਰਸ ਨੇ ਫਿਰ ਤੋਂ ਭਾਗ ਨਹੀਂ ਲਿਆ। ਤਾਂ ਉਹੀ ਕੁਐਸਚਨ ਜਿਸ ਦੀ ਅਸੀਂ ਕਾਫੀ ਵਾਰੀ ਚਰਚਾ ਕਰ ਚੁੱਕੇ ਹਾਂ, ਡਾਕਟਰ ਭੀਮ ਰਾਓ ਅੰਬੇਦਕਰ ਇਕੱਲੇ ਇਹੋ ਜਿਹੇ ਲੀਡਰ ਸੀ ਜਿਨ੍ਹਾਂ ਨੇ 3 ਗੋਲਮੇਜ਼ ਕਾਨਫਰੰਸ ਵਿੱਚ ਭਾਗ ਲਿਆ। ਇਸ ਕਾਨਫਰੰਸ ਦੇ ਸਿੱਟੇ ਵਜੋਂ ਗੌਰਮੈਂਟ ਆਫ ਇੰਡੀਆ ਐਕਟ 1935 ਬਣਾਇਆ ਗਿਆ। ਤਾਂ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਕਿਸ ਕਾਨਫਰੰਸ ਤੋਂ ਬਾਅਦ ਗੌਰਮੈਂਟ ਆਫ ਇੰਡੀਆ ਐਕਟ 1935 ਦੀ ਨੀਂਹ ਰੱਖੀ ਗਈ ਸੀ, ਕਹਿ ਸਕਦੇ ਵੀ ਬਣਾਇਆ ਗਿਆ। ਉਹ ਬਣਾਇਆ ਗਿਆ ਜੀ ਥਰਡ ਗੌਰਮੇਜ਼ ਕਾਨਫਰੰਸ ਤੋਂ ਬਾਅਦ। ਹੋਰ ਕੀ ਇੰਪੋਰਟੈਂਟ ਕੁਐਸਚਨ ਹੈ? ਗੌਰਮੈਂਟ ਆਫ ਇੰਡੀਆ ਐਕਟ ਨੂੰ ਬਲੂ ਪ੍ਰਿੰਟ ਵੀ ਕਿਹਾ ਜਾਂਦਾ ਹੈ, ਬਲੂ ਪ੍ਰਿੰਟ ਆਫ ਇੰਡੀਅਨ ਕੌਨਸਟੀਟਿਊਸ਼ਨ ਕਿਹਾ ਜਾਂਦਾ।
ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਮੈਕਸੀਮਮ ਸਾਡੇ ਸੰਵਿਧਾਨ ਦਾ ਭਾਗ ਅਸੀਂ ਇੱਥੋਂ ਹੀ ਲਿਆ, ਗੌਰਮੈਂਟ ਆਫ ਇੰਡੀਆ ਐਕਟ 1935 ਤੋਂ ਹੀ ਲਿਆ, ਤਾਂ ਇਸ ਨੂੰ ਬਲੂ ਪ੍ਰਿੰਟ ਆਫ ਇੰਡੀਅਨ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ। ਨੈਕਸਟ ਜੀ 1935 ਵਿੱਚ ਗੌਰਮੈਂਟ ਆਫ ਇੰਡੀਆ ਐਕਟ 1935 ਪਾਸ ਕਰ ਦਿੱਤਾ ਜਾਂਦਾ, ਜਿਸ ਨੂੰ ਭਾਰਤੀ ਸੰਵਿਧਾਨ ਦਾ ਬਲੂ ਪ੍ਰਿੰਟ ਵੀ ਕਿਹਾ ਜਾਂਦਾ। 1938 ਦੇ ਵਿੱਚ ਇੰਪੋਰਟੈਂਟ ਚੀਜ਼ ਕੀ ਹੋਈ? ਗੁਜਰਾਤ ਦੇ ਹਰੀਪੁਰਾ ਵਿੱਚ ਕਾਂਗਰਸ ਦਾ ਸੈਸ਼ਨ ਕੀਤਾ ਗਿਆ, ਜਿਸ 'ਚ ਸੁਭਾਸ਼ ਚੰਦਰ ਬੋਸ ਜੀ ਨੂੰ ਪ੍ਰਧਾਨ ਚੁਣਿਆ ਗਿਆ। ਤਾਂ ਕਾਂਗਰਸ ਦੇ ਬਹੁਤ ਸਾਰੇ ਸੈਸ਼ਨਸ ਹੋਏ, ਉਹਨਾਂ ਵਿੱਚੋਂ ਸਿਰਫ ਇੱਕ ਸੈਸ਼ਨ ਵਿੱਚ ਹੀ ਸੁਭਾਸ਼ ਚੰਦਰ ਬੋਸ ਜੀ ਨੇ ਪ੍ਰਧਾਨਗੀ ਕੀਤੀ, ਤਾਂ ਉਹ ਕਿਹੜੇ ਹੋਇਆ? 1938 ਵਿੱਚ। ਇਹ ਮੋਸਟ ਇੰਪੋਰਟੈਂਟ ਆ, ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਆਇਆ ਹੋਇਆ ਇਹ ਕੁਐਸਚਨ ਕਿ ਕਿਹੜੇ ਸੈਸ਼ਨ ਵਿੱਚ ਸੁਭਾਸ਼ ਚੰਦਰ ਬੋਸ ਜੀ ਨੂੰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਤਾਂ ਇਹਨਾਂ ਨੇ ਕਿਹੜੇ ਸੈਸ਼ਨ ਵਿੱਚ ਪ੍ਰਧਾਨਗੀ ਕੀਤੀ? ਹਰੀਪੁਰਾ, ਨਾਂ ਵੀ ਯਾਦ ਰੱਖਣਾ ਅਤੇ 1938 ਡੇਟ ਵੀ ਯਾਦ ਰੱਖਣੀ ਹੈ। ਤਾਂ 1940 ਦੇ ਵਿੱਚ ਵਾਇਸਰੋਏ ਲਿੰਥੀਗੋ ਦੁਆਰਾ ਅਗਸਤ ਆਫਰ ਦਿੱਤੀ ਗਈ। ਤਾਂ ਇਹ ਅਗਸਤ 1940 ਦੀ ਗੱਲ ਹੈ, ਜਦੋਂ ਕਿ ਹੋਰ ਵੀ ਜ਼ਿਆਦਾ ਰਿਆਇਤਾਂ ਦੇ ਨਾਲ ਇੱਕ ਆਫਰ ਦਿੱਤੀ ਜਾਂਦੀ ਹੈ ਉਦੋਂ ਦੇ ਵਾਇਸਰੋਏ ਵੱਲੋਂ, ਜਿਹਨੂੰ ਅਗਸਤ ਆਫਰ ਕਿਹਾ ਜਾਂਦਾ। ਤਾਂ ਅਗਸਤ ਆਫਰ ਦਾ ਇੱਕ ਵਾਇਸਰੋਏ ਅਤੇ ਇੱਕ ਈਅਰ ਹੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਜ਼ਿਆਦਾ। ਅਗਸਤ ਆਫਰ ਕਿਹਦੇ ਦੁਆਰਾ ਦਿੱਤੀ ਗਈ? ਵਾਇਸਰੋਏ ਲਿੰਥੀਗੋ ਦੁਆਰਾ। ਅਤੇ ਕਿਹੜੇ ਈਅਰ ਦੇ ਵਿੱਚ ਦਿੱਤੀ ਗਈ? 1940 ਦੇ ਵਿੱਚ। ਤਾਂ ਜੋ ਅਗਸਤ ਆਫਰ ਹੈ, ਇਹ ਵੀ ਇੱਕ ਤਰ੍ਹਾਂ ਦਾ ਪ੍ਰਪੋਜ਼ਲ ਸੀ ਇੰਡੀਅਨਸ ਨੂੰ ਦੁਬਾਰਾ ਮਨਾਉਣ ਦੇ ਲਈ, ਤਾਂ ਜੋ ਦੇਸ਼ ਵਿੱਚ ਅੰਦੋਲਨ ਹੋ ਰਹੀ ਸੀ, ਜੋ ਅੰਗਰੇਜ਼ਾਂ ਦੀ ਵਿਰੋਧਤਾ ਹੋ ਰਹੀ ਸੀ, ਉਹਨੂੰ ਕਿਸੇ ਤਰ੍ਹਾਂ ਘੱਟ ਕੀਤਾ ਜਾ ਸਕੇ, ਕਿਸੇ ਤਰ੍ਹਾਂ ਕੰਟਰੋਲ ਕੀਤਾ ਜਾ ਸਕੇ। 1942 ਦੇ ਵਿੱਚ ਕੀ ਇੰਪੋਰਟੈਂਟ ਘਟਨਾ ਹੁੰਦੀ ਹੈ? 1942 ਦੇ ਵਿੱਚ ਸਰ ਸਟੈਫੋਰਡ ਕ੍ਰਿਪਸ ਦੀ ਅਗਵਾਈ ਵਿੱਚ ਕ੍ਰਿਪਸ ਮਿਸ਼ਨ ਭਾਰਤ ਆਉਂਦਾ। ਤਾਂ 1942 ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਾਈਮਨ ਕਮਿਸ਼ਨ ਆਇਆ ਸੀ, ਹੁਣ ਅਗਲਾ ਕਮਿਸ਼ਨ 1942 ਦੇ ਵਿੱਚ ਭੇਜਿਆ ਜਾਂਦਾ, ਕ੍ਰਿਪਸ ਮਿਸ਼ਨ ਭੇਜਿਆ ਜਾਂਦਾ। ਤਾਂ ਕਿਹਦੀ ਅਗਵਾਈ ਦੇ ਵਿੱਚ ਭੇਜਿਆ ਜਾਂਦਾ? ਸਟੈਫੋਰਡ ਕ੍ਰਿਪਸ। ਤਾਂ ਇਹਨਾਂ ਦਾ ਨਾਮ ਯਾਦ ਰੱਖਣਾ ਅਤੇ ਈਅਰ ਯਾਦ ਰੱਖਣਾ ਕਿ 1942 ਦੇ ਵਿੱਚ ਸਟੈਫੋਰਡ ਕ੍ਰਿਪਸ ਦੁਆਰਾ ਇੱਕ ਮਿਸ਼ਨ ਭਾਰਤ ਆਇਆ, ਤਾਂ ਜਿਸ ਨੂੰ ਕ੍ਰਿਪਸ ਮਿਸ਼ਨ ਕਿਹਾ ਗਿਆ। ਪਰ ਇਹਦੀਆਂ ਵੀ ਜੋ ਮੰਗਾਂ ਉਹ ਕਾਂਗਰਸ ਨੂੰ ਅਤੇ ਮੁਸਲਿਮ ਲੀਗ ਨੂੰ ਪਸੰਦ ਨਹੀਂ ਆਉਂਦੀਆਂ, ਤਾਂ ਇਹ ਵੀ ਨਾਕਾਮ ਹੀ ਰਿਹਾ। ਉਸ ਤੋਂ ਬਾਅਦ 1942 ਦੇ ਵਿੱਚ ਜਿਹੜਾ ਤੀਜਾ ਇੰਪੋਰਟੈਂਟ ਅੰਦੋਲਨ ਹੈ, ਅਸੀਂ ਪਹਿਲਾਂ ਦੋ ਇੰਪੋਰਟੈਂਟ ਅੰਦੋਲਨ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਜੋ ਕਿ ਬਹੁਤ ਵੱਡੇ ਲੈਵਲ ਦੇ ਅੰਦੋਲਨ ਸੀ, ਗਾਂਧੀ ਜੀ ਦੀ ਅਗਵਾਈ ਦੇ ਵਿੱਚ ਸੀ। ਪਹਿਲਾਂ ਅਸੀਂ ਪੜ੍ਹਿਆ ਕਿ 1920 ਦੇ ਵਿੱਚ ਨਾ ਮਿਲਵਰਤਨ ਅੰਦੋਲਨ ਹੋਇਆ। ਦੂਸਰਾ ਅਸੀਂ ਪੜ੍ਹਿਆ 1930 ਦੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ, ਯਾਨੀ ਕਿ ਸਿਵਲ ਡਿਸਓਬੀਡੀਐਂਸ ਹੋਇਆ। ਅਤੇ ਹੁਣ ਜੋ ਤੀਜਾ ਇੰਪੋਰਟੈਂਟ ਅੰਦੋਲਨ ਹੋਇਆ ਭਾਰਤ ਛੱਡੋ ਅੰਦੋਲਨ। ਇਹ ਕਦੋਂ ਹੋਇਆ? 1942 ਦੇ ਵਿੱਚ। ਤਾਂ ਇਹ ਤਿੰਨੋਂ ਅੰਦੋਲਨ ਬਹੁਤ ਜ਼ਿਆਦਾ ਫੇਮਸ ਹੈ, ਨੋਨ ਕੋਪਰੇਸ਼ਨ, ਸਿਵਲ ਡਿਸਓਬੀਡੀਐਂਸ ਯਾਨੀ ਕਿ ਸਿਵਲ ਨਾਫਰਮਾਨੀ, ਅਤੇ ਭਾਰਤ ਛੱਡੋ ਅੰਦੋਲਨ। ਹੁਣ ਇਸ ਅੰਦੋਲਨ 1942 ਵਿੱਚ ਕਾਂਗਰਸ ਦਾ ਜੋ ਬੰਬੇ ਵਿੱਚ ਸੈਸ਼ਨ ਹੋਇਆ, ਉਦੋਂ ਮੁੰਬਈ ਦਾ ਨਾਮ ਬੰਬੇ ਸੀ, ਤਾਂ ਉਸ ਵਿੱਚ ਜੋ ਸੈਸ਼ਨ ਹੋਇਆ ਉਸ ਵਿੱਚ ਭਾਰਤ ਛੱਡੋ ਅੰਦੋਲਨ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇੱਕ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ ਕਰੋ ਜਾਂ ਮਰੋ ਦਾ ਨਾਅਰਾ ਕਿਸ ਅੰਦੋਲਨ ਵਿੱਚ ਦਿੱਤਾ ਗਿਆ? ਅੰਗਰੇਜ਼ੀ ਦੇ ਵਿੱਚ ਲਿਖ ਦਿੰਦੇ ਆ ਡੂ ਔਰ ਡਾਈ। ਤਾਂ ਡੂ ਔਰ ਡਾਈ ਦਾ, ਕਰੋ ਜਾਂ ਮਰੋ ਦਾ ਨਾਅਰਾ ਦਿੱਤਾ ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਦੇ ਵਿੱਚ। ਇਸ ਅੰਦੋਲਨ ਨੂੰ ਦਬਾਉਣ ਲਈ ਅੰਗਰੇਜ਼ਾਂ ਨੇ ਭਾਰਤੀ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਵਿੱਚ ਜਵਾਹਰ ਲਾਲ ਨਹਿਰੂ ਨੂੰ, ਸਾਰੇ ਲੀਡਰਸ ਜੋ ਮੇਨ ਇੰਡੀਆ ਦੇ, ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ। ਤਾਂ ਐਗਜ਼ਾਮਸ ਦੇ ਵਿੱਚ ਇਹ ਵੀ ਕੁਐਸਚਨ ਹੁੰਦਾ ਕਿ ਕਿਹੜੇ ਲੀਡਰ ਨੂੰ ਕਿੱਥੇ ਰੱਖਿਆ ਗਿਆ ਸੀ? ਕਾਫੀ ਵਾਰੀ ਕੁਐਸਚਨ ਆ ਚੁੱਕਿਆ। ਤਾਂ ਜਦੋਂ ਭਾਰਤ ਛੱਡੋ ਅੰਦੋਲਨ ਹੋਇਆ, ਜਦੋਂ ਇੰਡੀਅਨਸ ਲੀਡਰਸ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ ਗਿਆ, ਤਾਂ ਜਵਾਹਰ ਲਾਲ ਨਹਿਰੂ ਜੀ ਨੂੰ ਗ੍ਰਿਫਤਾਰ ਕਰਕੇ ਅਲਮੋਰਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਜਵਾਹਰ ਲਾਲ ਨਹਿਰੂ ਜੀ ਨੂੰ ਗ੍ਰਿਫਤਾਰ ਕਰਕੇ ਅਲਮੋਰਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਉਸੇ ਤਰ੍ਹਾਂ ਮੌਲਾਨਾ ਆਜ਼ਾਦ ਨੂੰ ਬਨਕੁਰਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਮੌਲਾਨਾ ਆਜ਼ਾਦ ਜੀ ਨੂੰ ਬਨਕੁਰਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਅਤੇ ਇਸੇ ਤਰ੍ਹਾਂ ਗਾਂਧੀ ਜੀ ਨੂੰ ਆਗਾ ਖਾਨ ਪੈਲੇਸ ਪੂਨਾ। ਇਹ ਤਾਂ ਬਹੁਤ ਹੀ ਵਾਰੀ ਕੁਐਸਚਨ ਆ ਚੁੱਕਿਆ ਕਿ ਗਾਂਧੀ ਜੀ ਨੂੰ ਕਿਹੜੇ ਪੈਲੇਸ ਦੇ ਵਿੱਚ ਰੱਖਿਆ ਗਿਆ, ਕਿਹੜੀ ਜੇਲ੍ਹ ਦੇ ਵਿੱਚ ਰੱਖਿਆ ਗਿਆ? ਤੁਸੀਂ ਕਹਿ ਸਕਦੇ ਆਗਾ ਖਾਨ ਪੈਲੇਸ ਪੂਨਾ ਦੇ ਵਿੱਚ ਰੱਖਿਆ ਗਿਆ। ਉਸ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੁਆਰਾ ਇਸ ਅੰਦੋਲਨ ਵਿੱਚ ਭਾਰੀ ਗਿਣਤੀ ਵਿੱਚ ਭਾਗ ਲਿਆ ਗਿਆ। ਜੋ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਸੀ, ਉਹਨਾਂ ਨੇ ਸਕੂਲ ਕਾਲਜ ਜਾਣਾ ਛੱਡਤਾ। ਕਈ ਵਕੀਲਾਂ ਨੇ ਆਪਣੀ ਵਕਾਲਤ ਛੱਡਤੀ। ਤਾਂ ਟੋਟਲ ਜੋ ਗੌਰਮੈਂਟ ਮਸ਼ੀਨਰੀ ਸੀ, ਉਸ ਦਾ ਵਿਰੋਧ ਕੀਤਾ ਗਿਆ 1942 ਦੇ ਵਿੱਚ, ਜਿਹੜਾ ਭਾਰਤ ਛੱਡੋ ਅੰਦੋਲਨ ਹੋਇਆ ਉਸ ਦੇ ਦੌਰਾਨ। ਨੈਕਸਟ ਇੱਕ ਜੋ ਟੌਪਿਕ ਵਿੱਚੋਂ ਨਾਲ ਦੇ ਨਾਲ ਅਸੀਂ ਕਰਨਾ ਸੀ, ਉਹ ਹੈ ਕਿ ਪਾਕਿਸਤਾਨ ਦੀ ਮੰਗ। ਤਾਂ ਜੋ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਤਾਂ ਉਸ ਦੀ ਮੰਗ ਕਦੋਂ ਸ਼ੁਰੂ ਹੋਈ? ਤਾਂ ਇਹਦੇ ਬਾਰੇ ਜੋ ਇੰਪੋਰਟੈਂਟ ਕੁਐਸਚਨ ਆਉਂਦੇ ਨੇ, ਉਹ ਅਸੀਂ ਸਾਰੇ ਸਲਾਈਡ ਦੇ ਵਿੱਚ ਕਵਰ ਕੀਤੇ ਆ। ਤਾਂ 1930 ਵਿੱਚ ਪਹਿਲੀ ਵਾਰ ਮੁਹੰਮਦ ਇਕਬਾਲ, ਇਹ ਨਾਮ ਯਾਦ ਰੱਖਣਾ ਕਿ ਮੁਹੰਮਦ ਇਕਬਾਲ ਵੱਲੋਂ ਮੁਸਲਮਾਨਾਂ ਲਈ ਇੱਕ ਅਲੱਗ ਦੇਸ਼ ਬਣਾਉਣ ਦਾ ਐਲਾਨ ਕੀਤਾ ਗਿਆ। ਤਾਂ ਮੁਹੰਮਦ ਇਕਬਾਲ ਨਾਮ ਦੇ ਇੱਕ ਪਰਸਨ ਵੱਲੋਂ ਕਿਹਾ ਗਿਆ ਕਿ ਮੁਸਲਮਾਨਾਂ ਲਈ ਇੱਕ ਅਲੱਗ ਦੇਸ਼ ਬਣਾਇਆ ਜਾਵੇ। ਤਾਂ ਸਿਰਫ ਉਦੋਂ ਇੱਕ ਕਨਸੈਪਟ ਸੀਗੀ, ਹਾਂ ਇਸ ਤਰ੍ਹਾਂ ਦਾ ਇੱਕ ਦੇਸ਼ ਬਣਾਇਆ ਜਾਵੇ ਜਿੱਥੇ ਮੁਸਲਮਾਨਾਂ ਨੂੰ ਆਪਦੀ ਅਲੱਗ ਕੰਟਰੀ ਦਿੱਤੀ ਜਾਵੇ, ਜਿੱਥੇ ਮੈਕਸੀਮਮ ਪਾਪੂਲੇਸ਼ਨ ਮੁਸਲਮਾਨਾਂ ਦੀ ਹੋਵੇ। ਤਾਂ ਜੇ ਕੁਐਸਚਨ ਆਉਂਦਾ ਕਿ ਪਹਿਲੀ ਵਾਰੀ ਪਾਕਿਸਤਾਨ ਦੀ ਗੱਲ, ਜਾਂ ਪਹਿਲੀ ਵਾਰੀ ਪਾਕਿਸਤਾਨ ਦਾ ਵਿਚਾਰ ਕਿਸ ਦੁਆਰਾ ਪੇਸ਼ ਕੀਤਾ ਗਿਆ, ਤਾਂ ਕੀਤਾ ਗਿਆ ਮੁਹੰਮਦ
ਇਕਬਾਲ ਵੱਲੋਂ। ਉਸ ਤੋਂ ਬਾਅਦ ਜੋ ਪਾਕਿਸਤਾਨੀ ਸ਼ਬਦ ਹੈ, ਕਿ ਜੇ ਕਹੇ ਕਿ ਪਾਕਿਸਤਾਨੀ ਸ਼ਬਦ ਕਿਹਨੇ ਖੋਜ ਕੀਤੀ ਵੀ ਉਸ ਦੇਸ਼ ਦਾ ਨਾਮ ਪਾਕਿਸਤਾਨੀ ਹੋਊਗਾ, ਤਾਂ ਉਹ ਕੀਤਾ ਗਿਆ ਜੀ ਚੌਧਰੀ ਰਹਿਮਤ ਅਲੀ। ਤਾਂ ਚੌਧਰੀ ਰਹਿਮਤ ਅਲੀ ਨੇ ਪਾਕਿਸਤਾਨ ਸ਼ਬਦ ਦੀ ਖੋਜ ਕੀਤੀ, ਜਿਸ ਲਈ ਆਪਾਂ ਇੰਗਲਿਸ਼ ਦੇ ਵਿੱਚ ਆ ਜਾਂਦਾ ਹੂ ਕੋਇਨਡ ਦਾ ਟਰਮ ਪਾਕਿਸਤਾਨ। ਤਾਂ ਇਹਦਾ ਆਨਸਰ ਆਏਗਾ ਚੌਧਰੀ ਰਹਿਮਤ ਅਲੀ। ਇੱਕ ਹੋਰ ਅਸੀਂ ਟਰਮ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹੀ ਸੀ, ਕਾਮਨਵੈਲਥ। ਤਾਂ ਕਾਮਨਵੈਲਥ ਟਰਮ ਕਿੰਨੇ ਕੋਇਨ ਕੀਤੀ ਸੀ, ਯਾਨੀ ਕਿ ਉਸ ਸ਼ਬਦ ਦੀ ਅਸੀਂ ਖੋਜ ਕਰੀਏ ਕਿੰਨੇ ਕੀਤੀ ਸੀ, ਐਨੀ ਬੈਸੈਂਟ ਨੇ। ਤਾਂ ਦੋ ਇੰਪੋਰਟੈਂਟ ਟਰਮਸ ਨੇ ਜੋ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਆਉਂਦੀਆਂ ਨੇ। ਉਸ ਤੋਂ ਬਾਅਦ ਮੁਸਲਿਮ ਲੀਗ ਨੇ ਲਾਹੌਰ ਸੈਸ਼ਨ 1940 ਵਿੱਚ ਪਾਕਿਸਤਾਨ ਦਾ ਪ੍ਰਸਤਾਵ ਪਾਸ ਕੀਤਾ। ਤਾਂ ਮੁਸਲਿਮ ਲੀਗ ਜੋ ਮੁਸਲਮਾਨਾਂ ਦੀ ਇੱਕ ਪਾਰਟੀ ਬਣ ਚੁੱਕੀ ਸੀ, ਤਾਂ ਇਹਨਾਂ ਨੇ 1940 ਦੇ ਵਿੱਚ ਪਾਕਿਸਤਾਨ ਦਾ ਪ੍ਰਸਤਾਵ ਪਾਸ ਕੀਤਾ, ਜਿਸ ਵਿੱਚ ਮੁਹੰਮਦ ਅਲੀ ਜਿਨਾਹ ਨੇ ਦੋ ਦੇਸ਼ ਬਣਾਉਣ ਦੀ ਸਲਾਹ ਦਿੱਤੀ। ਤਾਂ ਮੁਹੰਮਦ ਅਲੀ ਜਿਨਾਹ ਨੇ ਇਹ ਸਲਾਹ ਦਿੱਤੀ ਕਿ ਦੋ ਅਲੱਗ-ਅਲੱਗ ਦੇਸ਼ ਬਣਨਗੇ ਜਦੋਂ ਭਾਰਤ ਆਜ਼ਾਦ ਹੋਊਗਾ। ਇੱਕ ਦੇਸ਼ ਵਿੱਚ ਹਿੰਦੂਆਂ ਦੀ ਮੈਕਸੀਮਮ ਹੋਊਗੀ ਜਾਂ ਬਾਕੀ ਧਰਮਾਂ ਦੇ ਲੋਕ ਰਹਿ ਸਕਦੇ ਨੇ, ਪਰ ਸਾਨੂੰ ਮੁਸਲਮਾਨਾਂ ਲਈ ਇੱਕ ਅਲੱਗ ਦੇਸ਼ ਚਾਹੀਦਾ, ਜਿਹਨੂੰ ਜਿਨ੍ਹਾਂ ਦੀ ਨੌਨ ਟੂ ਨੇਸ਼ਨ ਥਿਊਰੀ ਵੀ ਕਿਹਾ ਜਾਂਦਾ। ਤਾਂ ਜੋ ਮੈਕਸੀਮਮ ਜੋ ਪਰਸਨ ਰਿਸਪੋਂਸੀਬਲ ਸੀ ਸਭ ਤੋਂ ਜ਼ਿਆਦਾ ਪਾਕਿਸਤਾਨ ਬਣਾਉਣ ਵਾਸਤੇ, ਉਹਨਾਂ ਦਾ ਨਾਮ ਹੈ ਮੁਹੰਮਦ ਅਲੀ ਜਿਨਾਹ। ਮੁਹੰਮਦ ਅਲੀ ਜਿਨਾਹ ਬਾਰੇ ਹੋਰ ਇੰਪੋਰਟੈਂਟ ਕੀ ਹੈ, ਇਹ ਮੁਸਲਿਮ ਲੀਗ ਦੇ ਸਭ ਤੋਂ ਫੇਮਸ ਨੇਤਾ ਸੀ, ਅਤੇ ਇਹੀ ਆਜ਼ਾਦੀ ਤੋਂ ਬਾਅਦ ਜਦੋਂ ਭਾਰਤ ਤੇ ਪਾਕਿਸਤਾਨ ਬਣ ਜਾਂਦਾ, ਤਾਂ ਭਾਰਤ ਦੇ ਪਹਿਲੇ ਜਿਹੜੇ ਗਵਰਨਰ ਜਨਰਲ ਆਫ ਇੰਡੀਆ ਕੌਣ ਬਣਦੇ ਨੇ, ਉਹ ਬਣਦੇ ਨੇ ਮਾਊਂਟ ਬੈਟਨੀ, ਕਿਉਂਕਿ ਉਹੀ ਲਾਸਟ ਸੀ। ਆਪਾਂ ਉਹਨਾਂ ਨੂੰ ਹੀ ਰਿਕੁਐਸਟ ਕੀਤੀ ਇੰਡੀਅਨਸ ਨੇ ਕਿ ਤੁਸੀਂ ਇੱਥੇ ਗਵਰਨਰ ਜਨਰਲ ਬਣੋ। ਉਸ ਤੋਂ ਬਾਅਦ ਜੋ ਉਹ ਚਲੇ ਜਾਂਦੇ ਨੇ ਲੋਰਡ ਮਾਊਂਟ ਬੈਟਨ। ਤਾਂ ਉਸ ਤੋਂ ਬਾਅਦ ਕੌਣ ਬਣਦੇ ਨੇ, ਉਸ ਤੋਂ ਬਾਅਦ ਬਣਦੇ ਨੇ ਸੀ ਰਾਜਾ ਗੋਪਾਲਚਾਰੀ, ਜੋ ਇੰਡੀਅਨ ਸੀਗੇ, ਅਤੇ ਉਸ ਤੋਂ ਬਾਅਦ ਇਹ ਪੋਸਟ ਹੀ ਖਤਮ ਕਰ ਦਿੱਤੀ ਜਾਂਦੀ। ਉਸੇ ਤਰ੍ਹਾਂ ਪਾਕਿਸਤਾਨ ਦੇ ਕੌਣ ਬਣੇ ਨੇ ਜੀ, ਮੁਹੰਮਦ ਅਲੀ ਜਿਨਾਹ। ਤਾਂ ਪਾਕਿਸਤਾਨ ਬਣਦੇ ਹੀ ਇਹ ਉੱਥੋਂ ਦੇ ਗਵਰਨਰ ਜਨਰਲ ਬਣਦੇ ਨੇ ਮੁਹੰਮਦ ਅਲੀ ਜਿਨਾਹ। ਅਤੇ ਪਾਕਿਸਤਾਨ ਦੀ ਕਰੰਸੀ 'ਤੇ ਵੀ ਜਿਹੜੀ ਤੁਹਾਨੂੰ ਫੋਟੋ ਲੱਗੀ ਮਿਲਦੀ ਹੈ, ਉਹ ਮੁਹੰਮਦ ਅਲੀ ਜਿਨਾਹ ਦੀ ਲੱਗੀ ਮਿਲਦੀ ਹੈ। ਨੈਕਸਟ ਹੈ ਜੀ 1945। ਤਾਂ 1945 ਦੇ ਵਿੱਚ ਇੱਕ ਸ਼ਿਮਲਾ ਵਿੱਚ ਕਾਨਫਰੰਸ ਹੁੰਦੀ ਹੈ, ਜਿਸ ਨੂੰ ਵੇਵਲ ਪਲਾਨ ਵੀ ਕਿਹਾ ਜਾਂਦਾ। ਤਾਂ ਇਹ ਸਾਰੇ ਪਲਾਨਸ ਕੀ ਨੇ, ਜਿਸ ਤਰ੍ਹਾਂ ਅਸੀਂ ਪਹਿਲਾਂ ਪੜ੍ਹਿਆ ਕਿ 1940 ਦੇ ਵਿੱਚ ਲੋਰਡ ਲਿੰਥਿੰਗੋ ਵੱਲੋਂ ਇੱਕ ਅਗਸਤ ਆਫਰ ਦਿੱਤਾ ਗਿਆ ਸੀ। ਉਹ 1940 ਦੇ ਵਿੱਚ ਸੀ। ਇਹ 45 ਦੇ ਵਿੱਚ ਲੋਰਡ ਵੇਵਲ ਵੱਲੋਂ ਇਸੇ ਤਰ੍ਹਾਂ ਇੱਕ ਪਲਾਨ ਦਿੱਤਾ ਗਿਆ। ਤਾਂ ਇਹ ਸਾਰੀਆਂ ਕੋਸ਼ਿਸ਼ਾਂ ਨੇ ਜੋ ਕਿ ਅੰਗਰੇਜ਼ਾਂ ਦੁਆਰਾ ਕੀਤੀਆਂ ਜਾਂਦੀਆਂ ਇੰਡੀਅਨਸ ਨੂੰ ਮਨਾਉਣ ਵਾਸਤੇ, ਤਾਂ ਜੋ ਵਿਦਰੋਹ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਾਂਤ ਕਰਕੇ ਜੇ ਹੋਰ ਕੋਈ ਟਾਈਮ ਟੱਪਦਾ, ਹੋਰ ਕੋਈ ਜ਼ਿਆਦਾ ਸਮੇਂ ਤੱਕ ਭਾਰਤ 'ਤੇ ਕਬਜ਼ਾ ਕੀਤਾ ਜਾ ਸਕੇ। ਤਾਂ ਇਸੇ ਤਰ੍ਹਾਂ ਦੀ ਇੱਕ ਕੋਸ਼ਿਸ਼ 1945 ਵਿੱਚ ਲੋਰਡ ਵੀਵਲ ਵੱਲੋਂ ਹੁੰਦੀ ਹੈ, ਜਿਸ ਨੂੰ ਵੀਵਲ ਪਲਾਨ ਕਿਹਾ ਜਾਂਦਾ, ਅਤੇ ਸ਼ਿਮਲਾ ਕਾਨਫਰੰਸ। ਤਾਂ ਇਹ ਪੇਪਰ ਦੇ ਵਿੱਚ ਇਸ ਤਰ੍ਹਾਂ ਹੀ ਕੁਐਸਚਨ ਆ ਜਾਂਦਾ ਕਿ ਵੇਵਲ ਪਲਾਨ ਨੂੰ ਹੋਰ ਕੀ ਕਿਹਾ ਜਾਂਦਾ, ਸ਼ਿਮਲਾ ਕਾਨਫਰੰਸ। ਜਾਂ ਫਿਰ ਕੁਐਸਚਨ ਆ ਜਾਏਗਾ ਸ਼ਿਮਲਾ ਕਾਨਫਰੰਸ ਨੂੰ ਹੋਰ ਕੀ ਕਿਹਾ ਜਾਂਦਾ, ਵੇਵਲ ਪਲਾਨ। ਕਦੋਂ ਹੋਈ, 1945 ਦੇ ਵਿੱਚ। ਈਅਰ ਜ਼ਰੂਰ ਯਾਦ ਰੱਖਣਾ। ਤਾਂ ਇਹਦੇ ਵਿੱਚ ਕੀ ਰਿਆਇਤਾਂ ਦਿੱਤੀਆਂ ਗਈਆਂ ਸੀ, ਇਹਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਐਗਜ਼ੀਕਿਊਟਿਵ ਕਾਊਂਸਲ ਬਣਾਈ ਜਾਊਗੀ, ਕਾਰਜਕਾਰੀ ਕਾਊਂਸਲ ਬਣਾਈ ਜਾਊਗੀ, ਜਿਹੜੀ ਸਾਰੇ ਦੇਸ਼ ਵਿੱਚ ਕੰਮ ਕਰੂਗੀ, ਤਾਂ ਜਿਸ ਦੇ ਸਾਰੇ ਮੈਂਬਰ ਭਾਰਤੀ ਹੋਣਗੇ। ਤਾਂ ਉਹਦੇ ਵਿੱਚ ਕਿਹਾ ਕਿ ਤੁਸੀਂ ਇੰਡੀਅਨ ਸਾਹਿਬ ਦੀ ਇੱਕ ਕਾਊਂਸਲ ਬਣਾ ਲਓ, ਉਹਦੇ ਜਿਹੜੇ ਸਾਰੇ ਮੈਂਬਰ ਸੀ ਭਾਰਤੀ ਬਣਾ ਲਓ, ਪਰ ਉਹਦਾ ਜੋ ਪ੍ਰਧਾਨ ਹੈ ਉਹ ਵਾਇਸਰਾਏ ਰਹੂਗਾ, ਜੋ ਇੰਡੀਆ ਦਾ ਵਾਇਸਰਾਏ ਹੋਊਗਾ ਉਹਦਾ ਪ੍ਰਧਾਨ ਹੋਊਗਾ। ਵਾਇਸਰਾਏ ਤੋਂ ਬਿਨਾਂ ਸਾਰੇ ਹੀ ਮੈਂਬਰਸ ਜੋ ਤੁਸੀਂ ਆਪਾਂ ਜੇ ਆਸਾਨ ਭਾਸ਼ਾ ਵਿੱਚ ਕਹੀਏ ਕਿ ਉਹ ਪ੍ਰਾਈਮ ਮਿਨਿਸਟਰ ਅੰਗਰੇਜ਼ ਬਣਾ ਦਿਓ, ਵਾਇਸਰਾਏ ਬਣਾ ਦਿਓ, ਅਤੇ ਬਾਕੀ ਜੋ ਮਿਨਿਸਟਰ ਹੈ ਕੈਬਨਿਟ ਰੈਂਕ ਦੇ, ਉਹ ਸਾਰੇ ਤੁਸੀਂ ਭਾਰਤੀ ਬਣਾ ਲਓ। ਇਹਦੇ ਵਿੱਚ ਕਿਹਾ ਗਿਆ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੇ ਮੈਂਬਰਾਂ ਦੀ ਗਿਣਤੀ ਬਰਾਬਰ ਕੀਤੀ ਜਾਊਗੀ। ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਮੈਂਬਰਾਂ ਦੀ ਗਿਣਤੀ ਇਹਦੇ ਵਿੱਚ ਬਰਾਬਰ ਕੀਤੀ ਜਾਊਗੀ। ਪਰ ਹੁਣ ਇਹਦੇ ਵਿੱਚ ਇਹ ਕਿਤੇ ਨਾ ਕਿਤੇ ਹੱਦ ਤੱਕ ਇੰਡੀਅਨਸ ਨੂੰ ਵੀ ਪਸੰਦ ਆ ਰਿਹਾ ਸੀ, ਪਰ ਇਹਦੇ ਵਿੱਚ ਜੋ ਰੌਲਾ ਪਿਆ, ਉਹ ਰੌਲਾ ਇਹ ਪਿਆ ਕਿ ਫਿਰ ਤੋਂ ਜੋ ਮੁਹੰਮਦ ਅਲੀ ਜਿਨਾਹ ਸੀਗੇ ਮੁਸਲਿਮ ਲੀਗ ਦੇ ਨੇਤਾ, ਉਹਨਾਂ ਨੇ ਕਿਹਾ ਕਿ ਠੀਕ ਹੈ, ਅਸੀਂ ਮੰਨ ਲਿਆ ਹਿੰਦੂਆਂ ਅਤੇ ਮੁਸਲਮਾਨਾਂ ਦੀ ਗਿਣਤੀ ਤੁਸੀਂ ਬਰਾਬਰ ਕਰ ਦੋਗੇ, ਪਰ ਜਿੰਨੇ ਵੀ ਗਿਣਤੀ ਹੋਊਗੀ ਮੁਸਲਮਾਨ, ਉਹ ਸਾਰੇ ਦੇ ਸਾਰੇ ਮੁਸਲਿਮ ਲੀਗ ਹੀ ਚੁਣੂਗੀ। ਜਦੋਂ ਕਿ ਕਾਂਗਰਸ ਕਹਿੰਦੀ ਸੀ ਕਿ ਉਹ ਸਾਰੇ ਦੇਸ਼ ਵਿੱਚੋਂ ਦੇਸ਼ ਵਾਸੀਆਂ ਦੀ ਮਰਜ਼ੀ ਨਾਲ ਸਾਡੇ ਵੀ ਸੁਝਾਅ ਲਏ ਜਾਣ, ਸਿਰਫ ਮੁਸਲਿਮ ਲੀਗ ਨੂੰ ਕਿਉਂ ਹੱਕ ਦਿਓ ਵੀ ਉਹ ਸਾਰੇ ਮੁਸਲਮਾਨ ਮੈਂਬਰ ਚੁਣੇ। ਪਰ ਜਦੋਂ ਕਿ ਮੁਸਲਿਮ ਲੀਗ ਦਾ ਕਹਿਣਾ ਸੀ ਕਿ ਸਾਰੇ ਦੇ ਸਾਰੇ ਮੁਸਲਿਮ ਮੈਂਬਰ ਅਸੀਂ ਹੀ ਚੁਣਾਂਗੇ, ਜਿਹੜੇ ਕਿ ਕਾਰਜਕਾਰੀ ਕਾਊਂਸਲ ਵਿੱਚ ਹੋਣਗੇ। ਤਾਂ ਇਸ ਕਰਕੇ ਇਹ ਸਿਰੇ ਨਹੀਂ ਚੜ੍ਹ ਪਾਇਆ, ਇਹ ਵੀ ਪਲਾਨ ਫੇਲ ਰਿਹਾ ਇੰਡੀਅਨਸ ਨੂੰ ਮਨਾਉਣ ਦੇ ਵਿੱਚ 1945 ਦੇ ਵਿੱਚ ਵੇਵਲ ਪਲਾਨ। ਨੈਕਸਟ ਹੈ ਜੀ ਕੈਬਨਿਟ ਮਿਸ਼ਨ। ਹੁਣ ਕਿਹੜੇ ਮਿਸ਼ਨ ਆਏ ਜਾਂ ਕਿਹੜੇ ਆਏ ਇੰਡੀਆ ਦੇ ਵਿੱਚ, ਉਹਦੇ ਵਿੱਚ ਅਸੀਂ 1927 ਦੇ ਵਿੱਚ ਪੜ੍ਹਿਆ ਇੱਕ ਸਾਈਮਨ ਕਮਿਸ਼ਨ ਆਇਆ ਜੀ, ਠੀਕ ਹੈ ਜੀ। ਉਸ ਤੋਂ ਬਾਅਦ 1942 ਦੇ ਵਿੱਚ ਕ੍ਰਿਪਸ ਮਿਸ਼ਨ ਆਇਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ 1946 ਦੇ ਵਿੱਚ ਕੈਬਨਿਟ ਮਿਸ਼ਨ ਆਇਆ। ਇਹ ਮਿਸ਼ਨ ਜੋ ਬਰਤਾਨੀਆ ਸਰਕਾਰ ਜਾਂ ਅੰਗਰੇਜ਼ ਸਰਕਾਰ ਇੰਡੀਆ ਭੇਜ ਰਹੀ ਹੈ। ਉਸ ਦੇ ਬਾਅਦ ਜੋ ਇੱਥੋਂ ਕੋਸ਼ਿਸ਼ਾਂ ਹੋਈਆਂ, ਇੱਥੋਂ ਦੇ ਵਾਇਸਰਾਏ ਵੱਲੋਂ ਕਿਹੜੀਆਂ ਕੋਸ਼ਿਸ਼ਾਂ ਹੋਈਆਂ,
1940 ਦੇ ਵਿੱਚ ਅਗਸਤ ਆਫਰ ਦਿੱਤੀ ਗਈ ਹੈ ਅਤੇ 1945 ਦੇ ਵਿੱਚ ਲਾਰਡ ਵੇਵਲ ਵੱਲੋਂ ਵੇਵਲ ਪਲਾਨ ਦਿੱਤਾ ਗਿਆ। ਨਾ ਤਾਂ ਇਹਨਾਂ ਵਿੱਚੋਂ ਕੋਈ ਸਿਰੇ ਚੜ੍ਹਿਆ ਅਤੇ ਨਾ ਇਹਨਾਂ ਵਿੱਚੋਂ ਕੋਈ ਸਿਰੇ ਚੜ੍ਹਿਆ। ਤਾਂ 1946 ਵਿੱਚ ਕੈਬਨਿਟ ਮਿਸ਼ਨ ਆਉਂਦਾ, ਇੰਗਲੈਂਡ ਦੀ ਸਰਕਾਰ ਵੱਲੋਂ ਭੇਜਿਆ ਜਾਂਦਾ ਭਾਰਤ ਵਿੱਚ। ਇਸ ਦਾ ਉਦੇਸ਼ ਕੀ ਸੀਗਾ? ਹੁਣ ਉਹ ਮੰਨ ਚੁੱਕੇ ਸੀ ਕਿ ਹਾਂ ਭਾਰਤ ਨੂੰ ਆਜ਼ਾਦ ਕਰਨਾ, ਪਰ ਭਾਰਤ ਨੂੰ ਮਤਲਬ ਅੰਗਰੇਜ਼ ਇਸ ਚੀਜ਼ ਨੂੰ ਮੰਨ ਚੁੱਕੇ ਸੀ ਕਿ ਇੰਡੀਆ ਨੂੰ ਛੱਡ ਕੇ ਜਾਣਾ, ਪਰ ਇੰਡੀਆ ਨੂੰ ਡਾਇਰੈਕਟਲੀ ਨਹੀਂ ਛੱਡ ਕੇ ਜਾ ਸਕਦੇ ਸੀ ਕਿ ਇੱਕੋਦਮ ਸਾਰੇ ਦੇ ਸਾਰੇ ਅੰਗਰੇਜ਼ ਇੰਗਲੈਂਡ ਚਲੇ ਜਾਣ। ਤਾਂ ਉਹਨਾਂ ਨੇ ਸੋਚਿਆ ਕਿ ਇਹੋ ਜਿਹਾ ਤਰੀਕਾ ਬਣਾਇਆ ਜਾਊਗਾ ਜਿਸ ਨਾਲ ਜਿਹੜਾ ਪਾਵਰ ਹੈ ਉਹ ਪੀਸਫੁਲੀ ਸ਼ਾਂਤੀਪੂਰਵਕ ਤਰੀਕੇ ਨਾਲ ਭਾਰਤੀਆਂ ਦੇ ਹੱਥਾਂ ਵਿੱਚ ਪਾਵਰ ਦੇ ਦਿੱਤੀ ਜਾਊਗੀ। ਤਾਂ ਉਹਦੇ ਲਈ ਐਫਰਟ ਕਰਨ ਵਾਸਤੇ ਇਹਨਾਂ ਨੇ ਭੇਜਿਆ ਕੈਬਨਿਟ ਮਿਸ਼ਨ ਦਾ। ਈਅਰ ਯਾਦ ਰੱਖਣਾ, ਈਅਰ ਹੀ ਪੇਪਰ ਵਿੱਚ ਮੈਕਸਿਮਮ ਟਾਈਮਸ ਪੁੱਛਿਆ ਜਾਂਦਾ ਕਿ ਕੈਬਨਿਟ ਮਿਸ਼ਨ ਦਾ ਈਅਰ ਕਿੰਨਾ ਸੀ, 1946। ਉਸ ਤੋਂ ਬਾਅਦ ਇਹਨਾਂ ਦੇ ਤਿੰਨੋਂ ਮੈਂਬਰਸ ਦੀ ਤੁਹਾਨੂੰ ਗਿਣਤੀ ਪਤਾ ਹੋਣੀ ਚਾਹੀਦੀ ਹੈ, ਪੈਥਰਿਕ ਲੋਰੈਂਸ, ਸਟੈਫੋਰਡ ਕ੍ਰਿਪਸ ਅਤੇ ਏਵੀ ਅਲੈਗਜ਼ੈਂਡਰ। ਤਾਂ ਇਹ ਤਿੰਨੋਂ ਜੋ ਇਸ ਦੇ ਮੈਂਬਰ ਸੀ, ਤਿੰਨੋਂ ਮੈਂਬਰਾਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਐਗਜ਼ਾਮਸ ਦੇ ਵਿੱਚ ਆਏ ਹੋਏ ਨੇ। ਤਾਂ ਇਸ ਮਿਸ਼ਨ ਦੀਆਂ ਸਿਫਾਰਸ਼ਾਂ ਦੇ ਵੀ ਕਾਂਗਰਸ ਅਤੇ ਮੁਸਲਿਮ ਲੀਗ ਦੀ ਆਪਸੀ ਸਹਿਮਤੀ ਨਹੀਂ ਬਣਦੀ, ਤਾਂ ਇਸ ਕਰਕੇ ਇਹ ਮਿਸ਼ਨ ਵੀ ਫੇਲ ਰਿਹਾ ਇੰਡੀਆ ਦੇ ਵਿੱਚ ਕੁਛ ਵੀ ਨਵਾਂ ਐਕਸ਼ਨ ਲੈਣ ਤੋਂ। ਨੈਕਸਟ ਹੈ ਜੀ 16 ਅਗਸਤ 1946। ਤਾਂ ਮਿਸ਼ਨ ਦੇ ਜਦੋਂ ਮਿਸ਼ਨ ਫੇਲ ਹੋ ਜਾਂਦਾ, ਇਹ ਡੇ ਬਹੁਤ ਇੰਪੋਰਟੈਂਟ ਹੈ, ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ, ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਪੁੱਛਿਆ ਗਿਆ। ਇਹ ਭਾਰਤ ਇਤਿਹਾਸ ਦਾ ਬਹੁਤ ਇੰਪੋਰਟੈਂਟ ਡੇ ਹੈ 16 ਅਗਸਤ 1946। ਇਸ ਦਿਨ ਕੀ ਹੁੰਦਾ ਕਿ ਜਦੋਂ ਕੈਬਨਿਟ ਮਿਸ਼ਨ ਵੀ ਫੇਲ ਹੋ ਜਾਂਦਾ ਤਾਂ ਜੋ ਮੁਹੰਮਦ ਅਲੀ ਜਿਨਾ ਸੀਗੇ, ਮੁਹੰਮਦ ਅਲੀ ਜਿਨਾ, ਉਹਨਾਂ ਵੱਲੋਂ ਡਾਇਰੈਕਟ ਐਕਸ਼ਨ ਡੇ ਘੋਸ਼ਿਤ ਕਰ ਦਿੱਤਾ ਜਾਂਦਾ 16 ਅਗਸਤ 1946 ਨੂੰ। ਡਾਇਰੈਕਟ ਐਕਸ਼ਨ ਡੇ, ਉਹ ਕਹਿੰਦੇ ਕਿ ਮੁਸਲਮਾਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਉਕਸਾਉਂਦੇ ਨੇ ਕਿ ਤੁਸੀਂ ਅੰਦੋਲਨ ਕਰੋ, ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਪਾਕਿਸਤਾਨ ਚਾਹੀਦਾ ਹੀ ਚਾਹੀਦਾ। ਕੁਛ ਭੜਕਾਊ ਭਾਸ਼ਣ ਦਿੱਤੇ ਜਾਂਦੇ ਨੇ ਇਹਨਾਂ ਦੁਆਰਾ। ਤਾਂ ਇਹ ਡਾਇਰੈਕਟ ਐਕਸ਼ਨ ਡੇ ਜਦੋਂ ਇਹ ਘੋਸ਼ਿਤ ਕਰਦੇ ਨੇ 16 ਅਗਸਤ 1946, ਤਾਂ ਇਹਦੇ ਨਾਲ ਕੀ ਆ, ਪੂਰੇ ਦੇਸ਼ ਦੇ ਵਿੱਚ ਦੰਗੇ ਭੜਕ ਜਾਂਦੇ ਆ, ਮੁਸਲਮਾਨਾਂ ਅਤੇ ਹਿੰਦੂਆਂ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਜੋ ਸਭ ਤੋਂ ਜ਼ਿਆਦਾ ਦੰਗੇ ਭੜਕੇ ਵੈਸਟ ਬੰਗਾਲ ਦੇ ਵਿੱਚ। ਅਤੇ ਜੋ ਰਿਪੋਰਟਸ ਨੇ ਉਹ ਕਹਿ ਰਹੇ ਨੇ ਕਿ ਸਿਰਫ ਕਲਕੱਤਾ ਦੇ ਵਿੱਚ 5000 ਲੋਕਾਂ ਦੀ ਪਹਿਲੇ ਹੀ ਦਿਨ ਜਾਨ ਚਲੀ ਗਈ ਸੀ ਇਸ ਦੰਗੇ ਦੇ ਵਿੱਚ। ਤਾਂ ਐਗਜ਼ਾਮਸ ਦੇ ਵਿੱਚ ਇਹ ਇੰਪੋਰਟੈਂਟ ਕੁਐਸਚਨ ਆਉਂਦਾ ਕਿ ਡਾਇਰੈਕਟ ਐਕਸ਼ਨ ਡੇ ਦੀ ਡੇਟ ਕੀ ਸੀ, 16 ਅਗਸਤ 1946। ਸੈਕਿੰਡ ਇੰਪੋਰਟੈਂਟ ਕੁਐਸਚਨ ਆਉਂਦਾ ਕਿ ਡਾਇਰੈਕਟ ਐਕਸ਼ਨ ਡੇ ਕਿਹਦੇ ਦੁਆਰਾ ਘੋਸ਼ਿਤ ਕੀਤਾ ਗਿਆ? ਮੁਹੰਮਦ ਅਲੀ ਜਿਨਾ ਨੇ ਘੋਸ਼ਿਤ ਕੀਤਾ ਸੀ ਡਾਇਰੈਕਟ ਐਕਸ਼ਨ ਡੇ। ਨੈਕਸਟ ਕੁਐਸਚਨ ਹੈ ਜੀ, ਨੈਕਸਟ ਸਲਾਈਡ ਹੈ ਜੀ, 2 ਸਤੰਬਰ 1946 ਅੰਤਰਿਮ ਸਰਕਾਰ। ਜਦੋਂ ਅੰਗਰੇਜ਼ਾਂ ਨੇ ਸੋਚ ਲਿਆ ਕਿ ਅਸੀਂ ਇੰਡੀਆ ਨੂੰ ਛੱਡ ਕੇ ਜਾਣਾ, ਤਾਂ ਉਸ ਡੇਟ ਤੋਂ ਲੈ ਕੇ ਜਦੋਂ ਤੱਕ ਭਾਰਤ ਦਾ ਸੰਵਿਧਾਨ ਨਹੀਂ ਬਣ ਜਾਂਦਾ, ਜਦੋਂ ਤੱਕ ਭਾਰਤ ਦੇ ਵਿੱਚ ਨਵੀਂ ਸਰਕਾਰ ਵੋਟਾਂ ਦੇ ਦੁਆਰਾ ਨਹੀਂ ਚੁਣੀ ਜਾਂਦੀ, ਤਾਂ ਉਸ ਪੀਰੀਅਡ ਵਾਸਤੇ ਵੀ ਦੇਸ਼ ਨੂੰ ਚਲਾਉਣ ਵਾਸਤੇ ਇੱਕ ਸਰਕਾਰ ਦੀ ਲੋੜ ਸੀ। ਤਾਂ ਉਹ ਸਰਕਾਰ ਬਣਾਈ ਗਈ ਟੈਂਪਰਰੀ ਰੂਪ ਦੇ ਵਿੱਚ, ਜਿਸ ਨੂੰ ਕੀ ਕਿਹਾ ਜਾਂਦਾ? ਅੰਤਰਿਮ ਸਰਕਾਰ। ਤਾਂ ਅੰਤਰਿਮ ਸਰਕਾਰ ਬਣਾਉਣ ਦੀ ਡੇਟ ਜ਼ਰੂਰ ਯਾਦ ਰੱਖਿਓ, 2 ਸਤੰਬਰ 1946। ਫਿਰ ਇਹਦੇ ਵਿੱਚ ਜੋ ਮੇਨ ਪੋਜੀਸ਼ਨਾਂ ਸੀ, ਉਹ ਪੋਜੀਸ਼ਨਾਂ ਕਿਹਦੇ ਕੋਲ ਸੀ? ਤਾਂ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਵਿੱਚ ਇਹ ਸਰਕਾਰ ਸੀ। ਵੈਸੇ ਜਵਾਹਰ ਲਾਲ ਨਹਿਰੂ ਦੀ ਜੋ ਪੋਜੀਸ਼ਨ ਹੈ ਉਹ ਵਾਈਸ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਸੀ, ਇਸ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਸੀ। ਉਸ ਦੇ ਨਾਲ ਇਸ ਸਰਕਾਰ ਦੇ ਵਿੱਚ ਇਹਨਾਂ ਨੂੰ ਐਕਸ ਆਫਿਸੋ ਪ੍ਰਾਈਮ ਮਿਨਿਸਟਰ, ਯਾਨੀ ਕਿ ਇਸ ਸਰਕਾਰ ਦੇ ਰੂਪ ਵਿੱਚ ਜੇ ਅਸੀਂ ਆਸਾਨ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਪ੍ਰਾਈਮ ਮਿਨਿਸਟਰ ਦੀ ਜੋ ਭੂਮਿਕਾ ਨਿਭਾ ਰਹੇ ਸੀ ਉਹ ਬਣਾ ਰਹੇ ਸੀ ਜਵਾਹਰ ਲਾਲ ਨਹਿਰੂ। ਇਸ ਦੇ ਇਲਾਵਾ ਮੁਸਲਿਮ ਲੀਗ ਨੇ ਪਹਿਲਾਂ ਤਾਂ ਇਸ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਨਾ ਕਰਤਾ, ਫਿਰ ਜਦੋਂ ਉਸ ਦੇ ਬਾਅਦ ਉਹਨਾਂ ਨੂੰ ਮਨਾਇਆ ਗਿਆ ਅਤੇ ਜਿਨ੍ਹਾਂ ਦਾ ਇੱਕ ਬਿਆਨ ਆਇਆ ਕਿ ਹਾਂ ਸਾਨੂੰ ਜੇਕਰ ਪਾਕਿਸਤਾਨ ਵੀ ਚਾਹੀਦਾ, ਆਪਦਾ ਅਲੱਗ ਦੇਸ਼ ਚਾਹੀਦਾ, ਤਾਂ ਸਾਨੂੰ ਇਸ ਸਰਕਾਰ ਦੇ ਵਿੱਚ ਭਾਗ ਲੈਣਾ ਹੀ ਪੈਣਾ। ਤਾਂ ਫਿਰ ਮੁਸਲਿਮ ਲੀਗ ਨੇ ਇਸ ਸਰਕਾਰ ਦੇ ਵਿੱਚ ਪਾਰਟ ਲਿਆ ਅਤੇ ਉਹਦੇ ਵਿੱਚ ਇੰਪੋਰਟੈਂਟ ਕੀ ਹੈ ਕਿ ਲਿਆਕਤ ਅਲੀ ਨੂੰ ਵਿੱਤ ਮੰਤਰੀ ਬਣਾਇਆ ਗਿਆ। ਤਾਂ ਪ੍ਰਧਾਨ ਮੰਤਰੀ ਦੀ ਜੋ ਭੂਮਿਕਾ ਨਿਭਾ ਰਹੇ ਸੀ ਜਵਾਹਰ ਲਾਲ ਨਹਿਰੂ, ਅਤੇ ਲਿਆਕਤ ਅਲੀ ਨਿਭਾ ਰਹੇ ਸੀ ਵਿੱਤ ਮੰਤਰੀ ਦੀ ਭੂਮਿਕਾ। ਸੰਵਿਧਾਨਕ ਸਭਾ ਬਣਾਈ ਜਾਂਦੀ ਹੈ ਜੀ ਇਸ ਸਰਕਾਰ ਦੇ ਦੁਆਰਾ। ਸੰਵਿਧਾਨਕ ਸਭਾ ਜਿਹਨੂੰ ਅਸੀਂ ਕੌਂਸਟੀਟਿਊਸ਼ਨਲ ਅਸੈਂਬਲੀ ਵੀ ਕਹਿ ਦਿੰਦੇ ਹਾਂ, ਤਾਂ ਇਹੀ ਸੰਵਿਧਾਨਕ ਸਭਾ ਬਾਅਦ ਦੇ ਵਿੱਚ ਸੰਵਿਧਾਨ ਨੂੰ ਬਣਾਉਂਦੀ ਹੈ ਅਤੇ ਲਾਗੂ ਕਰਦੀ ਹੈ ਭਾਰਤ ਦੇ ਵਿੱਚ, ਜਿਸ ਤੋਂ ਬਾਅਦ ਵੋਟਾਂ ਪੈਂਦੀਆਂ ਅਤੇ ਸਰਕਾਰ ਚੁਣੀ ਜਾਂਦੀ ਹੈ। ਅਤੇ ਫਸਟ ਪ੍ਰਾਈਮ ਮਿਨਿਸਟਰ ਫਿਰ ਤੋਂ ਕੌਣ ਬਣਦੇ ਨੇ? ਜਵਾਹਰ ਲਾਲ ਨਹਿਰੂ। ਤਾਂ ਸੰਵਿਧਾਨਕ ਸਭਾ ਦੀ ਫਸਟ ਮੀਟਿੰਗ ਦੀ ਡੇਟ ਜ਼ਰੂਰ ਯਾਦ ਰੱਖਣੀ ਹੈ ਜੀ, 9 ਦਸੰਬਰ 1946, ਜਦੋਂ ਸੰਵਿਧਾਨਕ ਸਭਾ ਬਣਾਈ ਜਾਂਦੀ ਹੈ, ਜਿਸ ਦਾ ਉਦੇਸ਼ ਕੀ ਸੀ? ਸੰਵਿਧਾਨ ਨੂੰ ਬਣਾਉਣਾ। ਉਹਦੀ ਫਸਟ ਮੀਟਿੰਗ ਹੁੰਦੀ ਹੈ 9 ਦਸੰਬਰ 1946 ਨੂੰ। ਤਾਂ ਇਸ ਮੀਟਿੰਗ ਦੇ ਵਿੱਚ ਜੋ ਪ੍ਰਧਾਨ ਬਣਾਇਆ ਜਾਂਦਾ ਸੰਵਿਧਾਨਕ ਸਭਾ ਦਾ, ਉਹ ਬਣਾਇਆ ਜਾਂਦਾ ਜੀ ਸਚਿਦਾਨੰਦ ਸਿਨਹਾ ਨੂੰ। ਸਚਿਦਾਨੰਦ ਸਿਨਹਾ ਨੂੰ ਇਸ ਦਾ ਪ੍ਰਧਾਨ ਬਣਾਇਆ ਜਾਂਦਾ ਟੈਂਪਰੇਰੀ ਤੌਰ 'ਤੇ। ਉਸ ਦੇ ਬਾਅਦ ਪੱਕੇ ਤੌਰ 'ਤੇ ਰਜਿੰਦਰ ਪ੍ਰਸਾਦ ਜੀ ਨੂੰ ਪ੍ਰਧਾਨ ਬਣਾਇਆ ਜਾਂਦਾ, ਜੋ ਲਾਸਟ ਤੱਕ ਸੰਵਿਧਾਨਕ ਸਭਾ ਦੇ ਪ੍ਰਧਾਨ ਰਹਿੰਦੇ ਨੇ। ਇਹ ਉਹੀ ਰਜਿੰਦਰ ਪ੍ਰਸਾਦ ਨੇ ਜੋ ਬਾਅਦ ਦੇ ਵਿੱਚ ਜਾ ਕੇ ਇੰਡੀਆ ਦੇ ਪ੍ਰੈਜ਼ੀਡੈਂਟ ਬਣਦੇ ਨੇ। ਤਾਂ ਅੰਤਰਿਮ ਸਰਕਾਰ ਦੇ ਵਿੱਚ ਇੰਪੋਰਟੈਂਟ ਕੁਐਸਚਨ ਜੇ ਦੁਬਾਰਾ ਵੇਖੀਏ
ਜਵਾਹਰ ਲਾਲ ਨਹਿਰੂ ਜੀ ਨੇ ਪ੍ਰਧਾਨ ਮੰਤਰੀ ਦਾ ਕੰਮ ਕੀਤਾ। ਲਿਆਕਤ ਅਲੀ ਨੇ ਵਿੱਤ ਮੰਤਰੀ ਦਾ ਕੰਮ ਕੀਤਾ। ਟੈਂਪਰੇਰੀ ਪ੍ਰਧਾਨ ਫਸਟ ਟਾਈਮ ਕੌਣ ਬਣਾਈ ਗਏ? ਸਚਿਦਾਨੰਦ ਸਿਨਹਾ। ਅਤੇ ਜੋ ਪੱਕੇ ਤੌਰ 'ਤੇ ਪ੍ਰਧਾਨ ਬਣੇ ਉਹਨਾਂ ਦਾ ਨਾਮ ਰਜਿੰਦਰ ਪ੍ਰਸਾਦ, ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਵੀ ਬਣੇ। ਨੈਕਸਟ ਹੈ ਜੀ ਮਾਊਂਟ ਬੈਟਨ ਪਲਾਨ। ਤਾਂ ਮਾਊਂਟ ਬੈਟਨ ਲਾਸਟ ਆਫਿਸਰ ਸੀ, ਲਾਸਟ ਵਾਇਸਰੋਏ ਸੀ ਜੋ ਇੰਡੀਆ ਦੇ ਵਿੱਚ ਭੇਜੇ ਗਏ ਬਰਤਾਨੀਆ ਸਰਕਾਰ ਵੱਲੋਂ ਕਿ ਹੁਣ ਪੂਰਾ ਕੰਮ ਨਿਬੇੜ ਕੇ ਆਓ ਇੰਡੀਆ ਨੂੰ ਆਜ਼ਾਦ ਕਰਕੇ ਆਓ। ਤਾਂ ਉਹਨਾਂ ਵੱਲੋਂ ਇੱਕ ਪਲਾਨ ਦਿੱਤਾ ਜਾਂਦਾ। ਵੇਵਲ ਦੀ ਜਗ੍ਹਾ ਆਏ ਸੀ। ਵੇਵਲ ਉਹੀ 1945 ਵਿੱਚ ਅਸੀਂ ਪੜ੍ਹਿਆ ਜਿਨ੍ਹਾਂ ਨੇ ਇੱਕ ਪਲਾਨ ਦਿੱਤਾ ਸੀ, ਵੇਵਲ ਪਲਾਨ। ਤਾਂ ਮਾਊਂਟ ਬੈਟਨ ਇੰਡੀਆ ਆਉਂਦੇ ਨੇ ਤਾਂ ਇੱਥੇ ਵਾਇਸਰੋਏ ਦੇ ਰੂਪ ਵਿੱਚ ਆਉਂਦੇ ਨੇ ਅਤੇ ਇਹ ਭਾਰਤ ਦੇ ਵੰਡ ਬਾਰੇ ਬਰਤਾਨੀ ਸਰਕਾਰ ਨੂੰ ਕਹਿੰਦੇ ਨੇ ਕਿ ਹਾਂ ਇਹ ਫੈਸਲਾ ਸਹੀ ਹੈ, ਭਾਰਤ ਦੀ ਵੰਡ ਕਰ ਦੇਣੀ ਚਾਹੀਦੀ ਹੈ। ਉਸ ਦੇ ਬਾਅਦ ਇਹਨਾਂ ਨੇ ਇੱਕ ਪਲਾਨ ਪੇਸ਼ ਕੀਤਾ। ਜਦੋਂ ਇਹਨਾਂ ਨੇ ਦੇਖਿਆ ਕਿ ਮੁਸਲਿਮ ਲੀਗ ਨਹੀਂ ਮੰਨ ਰਹੀ, ਉਹ ਆਪਦਾ ਅਲੱਗ ਦੇਸ਼ ਲੈ ਕੇ ਹੀ ਹਟਣਗੇ, ਤਾਂ ਇਹਨਾਂ ਨੇ ਕਿਹਾ ਕਿ ਭਾਰਤ ਦੀ ਵੰਡ ਹੋਣ ਤੋਂ ਬਾਅਦ 2 ਅਲੱਗ-ਅਲੱਗ ਦੇਸ਼ ਬਣਾਏ ਜਾਣ ਜਿਨ੍ਹਾਂ ਦੀ ਅਲੱਗ-ਅਲੱਗ ਸੰਵਿਧਾਨਿਕ ਸਭਾਵਾਂ ਹੋਣਗੀਆਂ। ਜੇ 2 ਅਲੱਗ-ਅਲੱਗ ਦੇਸ਼ ਬਣੇ ਆ ਤਾਂ ਉਹਨਾਂ ਨੂੰ ਹੱਕ ਹੈ ਆਪਦੇ ਸੰਵਿਧਾਨ ਨੂੰ ਬਣਾਉਣ ਦਾ। ਤਾਂ ਇਹਨਾਂ ਦਾ ਪਲਾਨ ਸੀਗਾ, ਇਸ ਨੂੰ ਕਹਿੰਦੇ ਨੇ ਮਾਊਂਟ ਬੈਟਨ ਪਲਾਨ। ਕੁਛ ਸ਼ਾਮਲ ਸੀ, ਇੱਕ ਤਾਂ ਭਾਰਤ ਦੇ 2 ਹਿੱਸੇ ਹੋਣਗੇ, ਇੱਕ ਭਾਰਤ ਬਣੂਗਾ, ਇੱਕ ਪਾਕਿਸਤਾਨ ਬਣੂਗਾ। ਸੈਕਿੰਡ ਇਹਦੇ ਵਿੱਚ ਕੀ ਸ਼ਾਮਲ ਸੀਗਾ ਕਿ ਜੋ ਇਹਨਾਂ ਦੀ ਅਲੱਗ-ਅਲੱਗ ਸੰਵਿਧਾਨਿਕ ਸਭਾਵਾਂ ਬਣਨਗੀਆਂ। ਫਿਰ ਹਿੱਸਾ ਵੀ ਵੰਡਣਾ ਸੀ ਕਿ ਕਿਹੜਾ ਹਿੱਸਾ ਭਾਰਤ ਕੋਲੇ ਅਤੇ ਕਿਹੜਾ ਪਾਕਿਸਤਾਨ ਕੋਲੇ। ਤਾਂ ਪੂਰਬੀ ਬੰਗਾਲ ਦਾ ਹਿੱਸਾ ਜੋ ਹੁਣ ਬੰਗਲਾਦੇਸ਼ ਹੈ ਅਤੇ ਪੱਛਮੀ ਪੰਜਾਬ ਦਾ ਹਿੱਸਾ ਪਾਕਿਸਤਾਨ ਨੂੰ ਦਿੱਤਾ ਜਾਣ ਦਾ ਫੈਸਲਾ ਲਿਆ ਗਿਆ। ਪੂਰਬੀ ਬੰਗਾਲ ਜੋ ਹੁਣ ਬੰਗਲਾਦੇਸ਼ ਇੱਕ ਅਲੱਗ ਦੇਸ਼ ਬਣ ਗਿਆ ਸੀ 1971 ਦੇ ਵਿੱਚ। ਤਾਂ ਬੰਗਲਾਦੇਸ਼ ਪਾਕਿਸਤਾਨ ਦਾ ਹੀ ਪਾਰਟ ਸੀ 1947 ਤੋਂ ਬਾਅਦ। ਉਸ ਦੇ ਬਾਅਦ ਬੰਗਲਾਦੇਸ਼ ਦੇ ਵਿੱਚ ਬਗਾਵਤ ਹੁੰਦੀ ਹੈ ਅਤੇ ਪਾਕਿਸਤਾਨ ਦਾ ਟੁੱਟ ਕੇ ਇੱਕ ਨਵਾਂ ਦੇਸ਼ ਬਣ ਜਾਂਦਾ 1971 ਦੀ ਜੰਗ ਤੋਂ ਬਾਅਦ। ਤਾਂ ਪੂਰਬੀ ਬੰਗਾਲ ਅਤੇ ਪੱਛਮੀ ਪੰਜਾਬ ਪਾਕਿਸਤਾਨ ਨੂੰ ਦੇਣ ਦੀ ਫੈਸਲਾ ਲਿਆ ਜਾਂਦਾ ਅਤੇ ਬਾਕੀ ਸਾਰਾ ਹਿੱਸਾ ਭਾਰਤ ਨੂੰ ਹੀ ਦਿੱਤਾ ਜਾਊਗਾ, ਇਹ ਫੈਸਲਾ ਲਿਆ ਜਾਂਦਾ। ਉਸ ਤੋਂ ਇਲਾਵਾ ਜੋ ਛੋਟੀਆਂ ਰਿਆਸਤਾਂ ਸੀ ਜਿਸ ਤਰ੍ਹਾਂ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਇਸ ਤਰ੍ਹਾਂ ਦੀਆਂ ਬਹੁਤ ਛੋਟੀਆਂ ਰਿਆਸਤਾਂ ਸੀਗੀਆਂ ਸਾਰੇ ਇੰਡੀਆ ਦੇ ਵਿੱਚ, ਉਹਨਾਂ ਨੂੰ ਅਧਿਕਾਰ ਦੇ ਦਿੱਤਾ ਗਿਆ ਕਿ ਤੁਸੀਂ ਜੋ ਮਰਜ਼ੀ ਚੁਣ ਲਓ, ਤੁਸੀਂ ਚਾਹੇ ਪਾਕਿਸਤਾਨ ਨਾਲ ਹੋ ਜਾਓ ਚਾਹੇ ਭਾਰਤ ਨਾਲ ਹੋ ਜਾਓ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸਾਰਿਆਂ ਨੂੰ ਲਗਭਗ ਭਾਰਤ ਵਿੱਚ ਹੀ ਮਿਲਾ ਲਿਆ ਗਿਆ। ਅਤੇ ਇਹ ਕੰਮ ਕਿਹਨੇ ਕੀਤਾ ਸੀ? ਸਰਦਾਰ ਵੱਲਭ ਭਾਈ ਪਟੇਲ ਨੇ। ਤਾਂ ਸਰਦਾਰ ਵੱਲਭ ਭਾਈ ਪਟੇਲ ਨੇ ਇਹ ਕੰਮ ਕੀਤਾ ਸੀਗਾ, ਜਿਸ ਕਰਕੇ ਉਹਨਾਂ ਨੂੰ ਆਇਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ। ਤਾਂ ਉਹਨਾਂ ਨੇ ਇਹ ਕੰਮ ਕੀਤਾ ਸੀ ਸਾਰੀਆਂ ਸਟੇਟਾਂ ਨੂੰ, ਜਿਹੜੇ ਸਾਰੀਆਂ ਛੋਟੀਆਂ ਰਿਆਸਤਾਂ ਨੂੰ ਭਾਰਤ ਦੇ ਵਿੱਚ ਮਿਲਾਉਣ ਦਾ ਕੰਮ ਕੀਤਾ ਸੀ। ਕਿਸੇ ਨੂੰ ਪਿਆਰ ਨਾਲ, ਕਿਸੇ ਨੂੰ ਡਰਾ ਕੇ, ਪਰ ਭਾਰਤ ਦੇ ਵਿੱਚ ਮਿਲਾ ਤਾ। ਤਾਂ ਜੋ ਇਹ ਜੋੜਨ ਦਾ ਕੰਮ ਕੀਤਾ ਸੀ, ਇਸੇ ਕਰਕੇ ਇਹਨਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਨੂੰ ਆਇਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ। ਨੈਕਸਟ ਐਂਡ ਫਾਈਨਲ ਜੋ ਸਾਡੀ ਹੈਗੀ ਹੈ ਜੀ, ਉਹ ਹੈ ਜੀ 1947। ਤਾਂ 1947 ਬਾਰੇ ਇੱਕ ਇੰਪੋਰਟੈਂਟ ਚੀਜ਼ ਤਾਂ ਤੁਹਾਨੂੰ ਪਤਾ ਹੀ ਹੋਣੀ ਹੈ ਕਿ ਇਸ ਡੇਟ ਨੂੰ ਕੀ ਹੋਇਆ। ਇਸ ਡੇਟ ਨੂੰ ਜੋ 18 ਜੁਲਾਈ 1947 ਨੂੰ ਮਾਊਂਟ ਬੈਟਨ ਪਲਾਨ ਨੂੰ ਇੰਡੀਪੈਂਡੈਂਸ ਐਕਟ ਆਫ ਇੰਡੀਆ ਦੇ ਰੂਪ ਵਿੱਚ ਬਰਤਾਨੀਆ ਸਰਕਾਰ ਨੇ ਪਾਸ ਕੀਤਾ। ਤਾਂ ਆਹ ਡੇਟ ਜ਼ਰੂਰ ਯਾਦ ਰੱਖਣੀ ਹੈ, ਕਿਉਂਕਿ ਜੇ ਇੰਡੀਆ ਆਜ਼ਾਦ ਹੋਇਆ ਤਾਂ ਉਹਦੇ ਰਿਲੇਟਡ ਇੱਕ ਐਕਟ ਪਾਸ ਹੋਇਆ ਸੀ ਕਿੱਥੇ? ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇੱਕ ਐਕਟ ਪਾਸ ਹੋਇਆ ਸੀ। ਉਸ ਐਕਟ ਦਾ ਨਾਮ ਕੀ ਸੀ? ਇੰਡੀਪੈਂਡੈਂਸ ਆਫ ਇੰਡੀਆ ਐਕਟ 1947। ਠੀਕ ਹੈ ਜੀ। ਤਾਂ ਇਹ ਕਿਹੜੀ ਡੇਟ ਨੂੰ ਹੋਇਆ? 18 ਜੁਲਾਈ ਨੂੰ ਹੀ ਇਹ ਪਾਸ ਹੋ ਗਿਆ ਸੀ। ਤਾਂ ਇਸ ਐਕਟ ਅਨੁਸਾਰ ਭਾਰਤ ਅਤੇ ਪਾਕਿਸਤਾਨ 2 ਅਲੱਗ-ਅਲੱਗ ਦੇਸ਼ ਬਣ ਗਏ। ਦੋਨਾਂ ਨੂੰ ਚਲਾਉਣ ਵਾਸਤੇ ਅਲੱਗ-ਅਲੱਗ ਗਵਰਨਰ ਜਨਰਲ ਬਣਾਏ ਗਏ। ਤਾਂ ਪਾਕਿਸਤਾਨ ਦੇ ਬਣੇ ਮੁਹੰਮਦ ਅਲੀ ਜਿਨਾਹ, ਇੰਡੀਆ ਦੇ ਮਾਊਂਟ ਬੈਟਨ ਹੀ ਰਹੇ ਕੁਛ ਦੇਰ ਤੱਕ। ਉਸ ਤੋਂ ਬਾਅਦ ਬਰਤਾਨੀਆ ਸਰਕਾਰ ਦਾ ਇੰਡੀਆ ਉੱਪਰ ਦੇ ਅਧਿਕਾਰ ਪੂਰੀ ਤਰ੍ਹਾਂ ਖਤਮ ਹੋ ਗਿਆ। ਤਾਂ ਇਹ ਸੀ 1497 ਤੋਂ ਲੈ ਕੇ 1947 ਤੱਕ ਅਸੀਂ ਸਾਰੀ ਮਾਡਰਨ ਹਿਸਟਰੀ ਦਾ ਬਰੀਫ ਕੀਤਾ। ਡਿਟੇਲ ਤਾਂ ਅਸੀਂ ਜਿੰਨੀ ਮਰਜ਼ੀ ਡਿਟੇਲ ਦੇ ਵਿੱਚ ਜਾ ਸਕਦੇ ਹਾਂ, ਪਰ ਇਹ ਬਰੀਫ ਕੀਤਾ। ਇਹਦੇ ਨਾਲ ਤੁਹਾਨੂੰ ਸਾਰੀ ਮਾਡਰਨ ਹਿਸਟਰੀ ਦੀ ਬੇਸਿਕ ਅੰਡਰਸਟੈਂਡਿੰਗ ਸਮਝ ਦੇ ਵਿੱਚ ਆ ਜਾਊਗੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ, ਸ਼ੇਅਰ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ।